ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਅਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਸੀਟੈਟ ਅਤੇ ਐਚਟੈਟ ਚੋਸ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਮੈਥਮੈਟਿਕਸ ਨੂੰ ਕੰਟੀਨਿਊ ਕਰਾਂਗੇ। ਸੋ ਬੜਾ ਇੰਪੋਰਟੈਂਟ ਜਿਹੜੀ ਕਲਾਸ ਰਹਿਣ ਵਾਲੀ ਹੈ। ਸੋ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅਸੀਂ ਆਪਣੇ ਮੈਥ ਦੇ 13 ਪਾਰਟ ਕਰ ਚੁੱਕੇ ਹਾਂ ਅਤੇ ਇਹ ਸਾਡਾ ਮੈਥਮੈਟਿਕਸ ਦੀ ਲੜੀ ਦਾ ਅੱਜ ਦਾ ਪਾਰਟ ਨੰਬਰ 14 ਹੈ ਜੀ। ਅਗਰ ਤੁਸੀਂ ਪਹਿਲਾਂ ਵਾਲੇ 13 ਪਾर्ट नहीं देखे तो ऊपर आई बटन ਤੇ ਪਲੇਲਿਸਟ ਦਾ ਜਾਂ ਵੀਡੀਓਜ਼ ਦਾ ਲਿੰਕ ਆ ਰਿਹਾ ਹੋਊਗਾ, ਤੁਸੀਂ ਦੇਖ ਸਕਦੇ ਹੋ। ਜੋ ਆਪਣਾ ਇਹ ਮੈਥਮੈਟਿਕਸ ਦਾ ਕੋਰਸ ਚੱਲਦਾ ਪਿਆ ਹੈਗਾ, ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹਣਾ, ਉਹ ਪੇਪਰ 1 ਦੇ ਲਈ ਤਾਂ ਵੈਲਿਡ ਹੈ ਹੀ ਹੈ, ਨਾਲ ਦੀ ਨਾਲ ਜੋ ਸਾਇੰਸ ਮੈਥ ਵਾਲੇ ਸਟੂਡੈਂਟ ਨੇ ਜੋ ਪੇਪਰ 2 ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਵੀ ਇਹ ਮੈਥ ਦੀਆਂ ਕਲਾਸਿਸ ਪੂਰੀ ਤਰ੍ਹਾਂ ਵੈਲਿਡ ਨੇ। ਹਾਲਾਂਕਿ ਕਈ ਵਾਰ ਤੁਹਾਨੂੰ ਸਿਰਫ ਥੰਬਨੇਲ ਦੇ ਉੱਪਰ ਪੇਪਰ 1 ਹੀ ਲਿਖਿਆ ਮਿਲੇਗਾ, ਪਰ ਪੇਪਰ 1 ਐਂਡ ਪੇਪਰ 2 ਦੇ ਲਈ ਇਹ ਪੂਰਾ ਵੈਲਿਡ ਹੈ ਕੋਰਸ, ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਇਸ ਚੈਨਲ ਦੇ ਉੱਪਰ ਕਰਵਾਇਆ ਜਾ ਰਿਹਾ। ਇਸ ਦੇ ਇਲਾਵਾ ਅਸੀਂ ਸੀਡੀਪੀ ਕੰਪਲੀਟ ਕਰ ਚੁੱਕੇ ਹਾਂ। 3 ਵੀਡੀਓ ਸਾਡੀਆਂ 3 ਤੋਂ 4 ਵੀਡੀਓ ਸਾਡੀਆਂ ਐਮਸੀਕਿਊ ਦੀਆਂ ਵੀ ਆ ਚੁੱਕੀਆਂ ਨੇ। ਸੋ ਸੀਡੀਪੀ, ਇੰਗਲਿਸ਼ ਪੈਡਾਗੋਜੀ, ਈਬੀਐਸ, ਉਹ ਸਭ ਕੁਝ ਇਸ ਚੈਨਲ ਦੇ ਉੱਪਰ ਕੰਟੀਨਿਊ ਹੈ ਐਂਡ ਬਿਲਕੁਲ ਫ੍ਰੀ ਆਫ ਕਾਸਟ। ਸੋ ਚਲੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜੋ ਹੈ ਜੀ ਸਾਡਾ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ, ਸਧਾਰਨ ਵਿਆਜ ਅਤੇ ਮਿਸ਼ਰਤ ਵਿਆਜ। ਠੀਕ ਹੈ, ਇਹ ਸਾਡਾ ਟੌਪਿਕ ਹੈ। ਹਮੇਸ਼ਾ ਹਰ ਇੱਕ ਪੇਪਰ ਦੇ ਵਿੱਚ ਇੱਕ ਜਾਂ ਦੋ ਕੁਐਸਚਨ, ਮਿਨੀਮਮ ਇੱਕ ਮੈਕਸਿਮਮ ਦੋ ਕੁਐਸਚਨ ਇਥੋਂ ਆਪਾਂ ਨੂੰ ਪੇਪਰ ਦੇ ਵਿੱਚ ਆਉਂਦੇ ਹੀ ਨੇ। ਐਂਡ ਲਾਸਟ ਤੇ ਆਪਾਂ ਉਹ ਕੁਐਸਚਨ ਵੀ ਡਿਸਕਸ ਕਰਾਂਗੇ ਜੋ ਕਿ ਆਪਾਂ ਨੂੰ ਰੀਸੈਂਟਲੀ 2023 ਦੇ ਵਿੱਚ ਪੇਪਰ 1 ਦੇ ਵਿੱਚ ਆਇਆ ਹੋਇਆ ਇਸ ਟੌਪਿਕ ਦੇ ਵਿੱਚੋਂ। ਸੋ ਚਲੋ ਸਟਾਰਟ ਕਰਦੇ ਹਾਂ ਹੁਣ ਆਪਾਂ। ਸੋ ਇਹਦੇ ਵਿੱਚ ਦੇਖੋ ਜੀ ਧਿਆਨ ਨਾਲ, ਸਭ ਤੋਂ ਪਹਿਲਾਂ ਤਾਂ ਸਧਾਰਨ ਵਿਆਜ ਦੀ ਆਪਾਂ ਗੱਲ ਕਰਦੇ ਹਾਂ। ਦੇਖੋ ਕਈ ਵਾਰ ਦੇਖੋ ਕੋਈ ਪਰਸਨ ਕਿਸੇ ਪਰਸਨ ਤੋਂ ਪੈਸੇ ਉਧਾਰ ਲੈ ਲੈਂਦਾ ਜੀ, ਠੀਕ ਹੈ। ਉਸ ਤੋਂ ਬਾਅਦ ਮੰਨ ਲਓ ਕੋਈ ਪਰਸਨ ਏ ਹੈ, ਚਲੋ ਆਪਾਂ ਇੱਕ ਐਗਜ਼ਾਮਪਲ ਨਾਲ ਚੱਲਦੇ ਹਾਂ। ਮੰਨ ਲਓ ਕੋਈ ਪਰਸਨ ਏ ਹੈ, ਆਪਾਂ ਕਿਸੇ ਦਾ ਸਪੈਸ਼ਲੀ ਮੈਂਸ਼ਨ ਨਾਮ ਨਹੀਂ ਕੀਤਾ, ਉਹਨੇ ਕਿਸੇ ਤੋਂ, ਠੀਕ ਹੈ ਜੀ, 1200 ਰੁਪਏ ਜਿਹੜੇ ਹੈਗੇ ਫੜੇ, ਠੀਕ ਹੈ, 1200 ਰੁਪਏ। ਸੋ ਜੋ 1200 ਰੁਪਏ ਉਹਨੇ ਫੜੇ ਨੇ, ਇਹ ਸਾਡਾ ਹੁੰਦਾ ਜੀ ਮੂਲਧਨ, ਠੀਕ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲ ਜਾਂ ਮੂਲਧਨ। ਸੋ ਇਹ ਹੋ ਗਿਆ ਸਾਡਾ ਪੀ, ਠੀਕ ਹੈ ਜੀ। ਪੀ ਦੀ ਫੁੱਲ ਫਾਰਮ ਹੁੰਦੀ ਹੈ ਪ੍ਰਿੰਸੀਪਲ। ਉਸ ਤੋਂ ਬਾਅਦ ਹੁਣ ਦੇਖੋ ਉਹਨੂੰ ਉਹ ਰੁਪਏ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਦੂਸਰੇ ਨੂੰ ਲੁਟਾਉਣੇ ਪੈਣਗੇ, ਹਨਾ, ਵਾਪਸ ਕਰਨੇ ਪੈਣਗੇ। ਮਤਲਬ ਸਾਹਮਣੇ ਵਾਲਾ ਬੰਦਾ ਵਿਆਜ ਵੀ ਲਾਊਗਾ। ਕਹਿਣ ਦਾ ਮਤਲਬ ਜਦੋਂ ਵੀ ਜਿਸ ਸਮੇਂ, ਨਿਸ਼ਚਿਤ ਸਮੇਂ ਤੋਂ ਬਾਅਦ ਜਦੋਂ ਉਹ ਪਰਸਨ ਏ ਜਿੱਤੋਂ ਉਹਨੇ ਰੁਪਏ ਲਏ ਨੇ ਉਹਨੂੰ ਇਹ ਰੁਪਏ ਵਾਪਸ ਕਰੂਗਾ, ਤਾਂ ਉਹਨੂੰ 1200 ਰੁਪਏ ਵਾਪਸ ਨਹੀਂ ਕਰੂਗਾ, ਉਹਨੂੰ 1200 ਤੋਂ ਵੱਧ ਰੁਪਏ ਵਾਪਸ ਕਰਨੇ ਪੈਣਗੇ ਵਿਆਜ ਵਗੈਰਾ ਜੋੜ ਕੇ, ਠੀਕ ਹੈ। ਸੋ ਇਸ ਤਰ੍ਹਾਂ ਜੋ ਵਿਆਜ ਲੱਗੂਗਾ, ਵਿਆਜ ਵੀ ਦੋ ਤਰ੍ਹਾਂ ਦਾ ਹੁੰਦਾ ਜੀ, ਬੜਾ ਇੰਪੋਰਟੈਂਟ ਕੰਸੈਪਟ ਹੈ ਇਹ। ਮੈਂ ਸ਼ਾਇਦ ਇਹਨੂੰ ਆਪਣੀ ਸਾਈਕੋਲੋਜੀ ਦੇ ਵਿੱਚ ਵੀ ਬਹੁਤ ਸਾਰੀਆਂ ਮੈਂ ਐਗਜ਼ਾਮਪਲਸ ਲਈਆਂ ਸੀ, ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ, ਈਵਨ ਸਬਜੈਕਟ ਪੈਡਾਗੋਜੀ ਦੇ ਵਿੱਚ ਵੀ। ਸੋ ਬੜਾ ਇੰਪੋਰਟੈਂਟ ਟੌਪਿਕ ਹੈ, ਸਾਡੀ ਡੇ ਟੂ ਡੇ ਲਾਈਫ ਨਾਲ ਇਹ ਰਿਲੇਟ ਕਰਦਾ। ਸੋ ਕਿਸੇ ਪਰਸਨ ਏ ਨੇ ਕਿਸੇ ਤੋਂ ਰੁਪਏ ਫੜੇ 1200 ਰੁਪਏ, ਠੀਕ ਹੈ ਜੀ, 1200 ਹੋ ਗਿਆ ਮੂਲਧਨ। ਹੁਣ ਸਾਹਮਣੇ ਵਾਲਾ ਕੁਛ ਨਾ ਕੁਛ ਵਿਆਜ ਵੀ ਤਾਂ ਲਾਊਗਾ, ਕੁਛ ਨਾ ਕੁਛ ਵਿਆਜ ਜਿਹੜਾ ਹੈਗਾ ਉਹ ਫਿਕਸ ਹੁੰਦਾ ਜੀ, ਵੀ ਇੰਨੇ % ਲੱਗੂ, ਹਨਾ। ਆਪਾਂ ਬੈਂਕ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਐਫਡੀ ਕਰਵਾਤੀ, ਤਾਂ ਉੱਥੇ ਆਪਾਂ ਨੂੰ ਪਤਾ ਹੁੰਦਾ ਕਿ 6% ਲੱਗੇਗਾ ਜਾਂ 7 ਲੱਗੇਗਾ, ਹਨਾ, ਕਿੰਨਾ ਮਿਲੇਗਾ। ਸੋ ਜੋ ਵੀ ਪਰਸੈਂਟੇਜ ਹੁੰਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਜੀ ਦਰ ਜਾਂ ਰੇਟ। ਆਰ ਦਾ ਮਤਲਬ ਰੇਟ, RATE, ਰੇਟ ਮੈਂ ਸਾਰਾ ਉੱਪਰ ਲਿਖ ਦੂੰਗਾ। ਸੋ 1200 ਰੁਪਏ ਲਏ, ਮੰਨ ਲਓ ਆਪਾਂ ਕਹਿ ਦਿੰਦੇ ਹਾਂ ਕਿ 6% ਜਿਹੜਾ ਹੈਗਾ, ਸਾਹਮਣੇ ਵਾਲਾ ਬੰਦਾ 6% ਦੀ ਦਰ ਨਾਲ ਉਹ ਤੋਂ ਰੁਪਏ ਵਾਪਸ ਲਊਗਾ, ਇੰਨਾ ਵਿਆਜ ਲਾਊਗਾ, ਅਗਰ ਆਪਾਂ ਆਮ ਸ਼ਬਦਾਂ ਦੇ ਵਿੱਚ ਗੱਲ ਕਹੀਏ। ਹੁਣ ਅੱਗੇ ਗੱਲ ਆਉਂਦੀ ਹੈ ਜੀ ਸਮਾਂ। ਸਮੇਂ ਨੂੰ ਟੀ ਨਾਲ ਲਿਖਦੇ ਹਾਂ, ਟੀ ਹੋ ਗਿਆ ਟਾਈਮ ਜਾਂ ਕਹਿ ਲਓ ਸਮਾਂ, ਠੀਕ ਹੈ। ਇੱਥੇ ਲਿਖਿਆ ਹੋਇਆ ਦੇਖੋ ਫਾਰਮੂਲਾ, ਮੈਂ ਪੰਜਾਬੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਸਮਾਂ। ਸੋ ਸਮਾਂ ਮੰਨ ਲਓ ਹੈਗਾ ਜੀ 2 ਸਾਲ, ਠੀਕ ਹੈ। ਸਮਾਂ ਇੱਕ ਫਿਕਸ ਹੋ ਗਿਆ ਕਿ 2 ਸਾਲ ਹੋ ਗਿਆ। ਹਾਲਾਂਕਿ 1200 ਰੁਪਏ ਦਾ 2 ਸਾਲ ਤੱਕ ਹੀ ਬਹੁਤ ਜ਼ਿਆਦਾ, ਹਨਾ, ਆਪਾਂ ਇਹਨੂੰ 12000 ਕਰ ਲੈਂਦੇ ਹਾਂ। ਚਲੋ 1200 ਤਾਂ ਬਹੁਤ ਥੋੜਾ ਹੈਗਾ, ਸੋ ਜਿੱਥੇ ਮੈਂ 1200 ਲਿਖਿਆ ਹੈਗਾ ਉੱਥੇ ਆਪਾਂ 12000 ਕਰ ਲੈਂਦੇ ਹਾਂ ਇੱਕ ਵਾਰ। ਸੋ ਕਿਸੇ ਪਰਸਨ ਏ ਨੇ ਮੰਨ ਲਓ ਕਿਸੇ ਤੋਂ ਰੁਪਏ ਫੜੇ 12000, ਕਿੰਨੇ ਦਰ ਤੇ, 6% ਦੀ ਦਰ ਤੇ, ਰੇਟ ਤੇ, 2 ਸਾਲ ਦੇ ਲਈ, ਠੀਕ ਹੈ ਜੀ। ਹੁਣ ਕਿੰਨਾ ਵਿਆਜ ਬਣੂਗਾ, ਹਨਾ। ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੋ ਏ ਪਰਸਨ ਹੈ ਉਹਨੂੰ 12000 ਤੋਂ ਵੱਧ ਰੁਪਏ ਸਾਹਮਣੇ ਵਾਲੇ ਨੂੰ ਵਾਪਸ ਕਰਨੇ ਪੈਣਗੇ। ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਲੱਭਦੇ ਹੁੰਦੇ ਹਾਂ ਕਿ ਵਿਆਜ ਕਿੰਨਾ ਲੱਗੂਗਾ, ਠੀਕ ਹੈ। ਸਧਾਰਨ ਵਿਆਜ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਧਾਰਨ ਵਿਆਜ ਦੀ। ਸਧਾਰਨ ਵਿਆਜ ਨੂੰ ਅਸੀਂ ਬੋਲਦੇ ਹਾਂ ਜੀ ਸਿੰਪਲ ਇੰਟਰਸਟ। ਸੋ ਸਧਾਰਨ ਵਿਆਜ, ਸੋ ਇੱਥੋਂ SI ਦਾ ਮਤਲਬ ਸਿੰਪਲ, ਐਸ ਦਾ ਮਤਲਬ ਸਿੰਪਲ, ਆਈ ਦਾ ਮਤਲਬ ਇੰਟਰਸਟ, ਵਿਆਜ। ਸੋ SI ਦਾ ਫਾਰਮੂਲਾ ਹੁੰਦਾ ਜੀ P ਗੁਣਾ R ਗੁਣਾ T ਵਟਾ 100। ਕਈ ਵਾਰ ਪੇਪਰਾਂ ਦੇ ਵਿੱਚ ਸਿੱਧਾ ਆਪਾਂ ਨੂੰ ਫਾਰਮੂਲਾ ਹੀ ਪੁੱਛਿਆ ਗਿਆ ਹੈਗਾ
ਸੋ ਵਾਲੇ ਕੁਐਸਚਨ ਵੀ ਆਪਾਂ ਡਿਸਕਸ ਕਰਾਂਗੇ ਬਾਅਦ ਦੇ ਵਿੱਚ। ਸੋ P ਗੁਣਾ R ਗੁਣਾ T ਬਟਾ 100। ਸੋ ਆਪਾਂ ਇੱਥੇ ਫਾਰਮੂਲਾ ਲਾ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵਿਆਜ ਕੱਢ ਦਿੰਦੇ ਹਾਂ। ਸਿੰਪਲ ਇੰਟਰਸਟ ਇਜ਼ ਇਕੁਅਲ ਟੂ, ਠੀਕ ਹੈ, ਸਿੰਪਲ ਫਾਰਮੂਲਾ ਲਾ ਦਿਓ, P ਗੁਣਾ R ਗੁਣਾ T ਬਟਾ 100। ਸੋ P ਕਿੰਨਾ ਜੀ ਆਪਣਾ? P ਹੈਗਾ ਆਪਣਾ 12,000 ਰੁਪਏ, ਠੀਕ ਹੈ। P ਹੈਗਾ ਪ੍ਰਿੰਸੀਪਲ, ਮੂਲਧਨ। ਕਿੰਨੀ ਦਰ ਲੱਗੂਗੀ? 6%। ਕਿੰਨੇ ਸਮੇਂ ਦੇ ਲਈ? 2 ਸਾਲ ਦੇ ਲਈ, ਠੀਕ ਹੈ, ਬਟਾ ਆ ਗਿਆ 100। ਹੁਣ ਦੇਖੋ ਨੀਚੇ ਵਾਲੀਆਂ ਦੋ ਜ਼ੀਰੋਆਂ ਦੇ ਨਾਲ ਉੱਪਰਲੀਆਂ ਦੋ ਜ਼ੀਰੋਆਂ ਕੈਂਸਲ ਹੋ ਗਈਆਂ, ਠੀਕ ਹੈ। ਨੀਚੇ ਵਾਲੀਆਂ ਦੋ ਜ਼ੀਰੋਆਂ ਦੇ ਨਾਲ ਉੱਪਰਲੀਆਂ ਦੋ ਜ਼ੀਰੋਆਂ ਕੈਂਸਲ ਕਰ ਦਿਓ। ਪਿੱਛੇ ਤੁਹਾਡੇ ਕੋਲ ਜੋ ਬਚਿਆ ਉਹਨੂੰ ਲਿਖ ਲਓ। ਆਪਣੇ ਕੋਲ ਬਚਿਆ 120 ਗੁਣਾ 6 ਗੁਣਾ 2, 120 ਗੁਣਾ 6 ਗੁਣਾ 2, ਠੀਕ ਹੈ ਜੀ। ਤਾਂ ਹੁਣ ਇਹਨੂੰ ਆਪਸ ਦੇ ਵਿੱਚ ਗੁਣਾ ਕਰਨਾ ਬਸ, ਹੈ ਨਾ। ਜਿਵੇਂ 120 ਬਣ ਗਿਆ ਪਹਿਲਾਂ ਤਾਂ, ਫਿਰ 6 ਦੂਣੀ 12, ਪਹਿਲਾਂ ਆਪਾਂ ਇਹਨਾਂ ਦੀ ਗੁਣਾ ਕਰ ਲਈ 12, 12 ਗੁਣਾ 12, ਜ਼ੀਰੋ ਦਾ ਪਿੱਛੇ ਲੱਗ ਜੂਗੀ, ਠੀਕ ਹੈ। 12 ਦਾ ਵਰਗ ਹੁੰਦਾ ਜੀ 144, 12 ਗੁਣਾ 12 144, ਪਿੱਛੇ ਜ਼ੀਰੋ ਲੱਗ ਗਈ। ਸੋ ਇਹ ਬਣ ਗਿਆ ਆਪਣੇ ਕੋਲੇ ਟੋਟਲ 1440 ਰੁਪਏ ਹੋ ਗਏ ਜੀ। 1440 ਰੁਪਏ ਦਾ ਮਤਲਬ ਵਿਆਜ ਬਣ ਗਿਆ। 1440 ਰੁਪਏ ਆਪਣਾ ਕੀ ਬਣ ਗਿਆ? ਇੱਥੇ ਵਿਆਜ ਬਣ ਗਿਆ। ਸੋ ਇਸ ਤੋਂ ਬਾਅਦ ਇਹ ਆਪਣਾ ਸਿੰਪਲ ਇੰਟਰਸਟ ਕੱਢਦੇ ਪਏ ਆ ਜੀ ਅਸੀਂ, ਕੰਪਾਊਂਡ ਨਹੀਂ ਕੱਢਿਆ ਹਾਲੇ ਤੱਕ। ਹੁਣ ਉਹ ਕਿੰਨੇ ਰੁਪਏ ਵਾਪਸ ਕਰੂਗਾ ਉਹਨੂੰ ਅਸੀਂ ਬੋਲਾਂਗੇ ਮਿਸ਼ਰਤ ਧਨ। ਉਸਨੂੰ ਅਸੀਂ ਬੋਲਾਂਗੇ ਮਿਸ਼ਰਤ ਧਨ, ਜਾਂ ਕਹ ਲਓ ਅਮਾਉਂਟ ਉਹਨੂੰ ਕਹਾਂਗੇ। ਸੋ ਹੁਣ ਸਾਡਾ ਮਿਸ਼ਰਤ ਧਨ ਕਿੰਨਾ ਬਣ ਗਿਆ? ਇਹ ਕਿੰਨਾ ਬਣ ਗਿਆ? ਉਹਦਾ ਫਾਰਮੂਲਾ ਹੁੰਦਾ ਜੀ, ਜਿੰਨਾ ਮੂਲਧਨ ਹੋਵੇ, ਮੂਲਧਨ ਮੇਰਾ P ਸੀ, ਉਹਦੇ ਵਿੱਚ ਤੁਸੀਂ ਵਿਆਜ ਐਡ ਕਰ ਦਿਓ। ਕਿਹੜਾ ਵਿਆਜ ਐਡ ਕਰ ਦਿਓ? SI, ਸਿੰਪਲ ਇੰਟਰਸਟ। ਸੋ ਹੁਣ ਮੇਰਾ ਅਮਾਉਂਟ ਕਿੰਨਾ ਬਣ ਗਿਆ ਟੋਟਲ? ਇੱਥੇ ਲਿਖ ਦਿੰਦਾ ਮੈਂ ਸਾਈਡ ਤੇ। ਸੋ A ਬਰਾਬਰ P ਆਪਣੇ ਕੋਲੇ ਹੈਗਾ ਸੀ 12,000, 12,000, 12,000 ਦੇ ਵਿੱਚੋਂ ਵਿੱਚ ਤੁਸੀਂ 1440 ਰੁਪਏ ਹੋਰ ਐਡ ਕਰ ਦਿਓ, ਠੀਕ ਹੈ। ਜਿੰਨਾ ਵੀ ਬਣ ਜਾਊਗਾ, ਇਹ ਜਿੰਨਾ ਵੀ ਬਣ ਜਾਊਗਾ ਤੁਸੀਂ ਐਡ ਕਰਕੇ ਦੇਖ ਸਕਦੇ ਹੋ ਨਾ। ਅਗਰ ਕਿਸੇ ਨੂੰ ਦਿੱਕਤ ਹੁੰਦੀ ਹੈ ਤਾਂ ਇਹ ਸਾਰਾ ਕੁਝ ਦੇਖੋ, ਮੇਰੇ ਖਿਆਲ ਨਾਲ ਤਾਂ ਇਹ ਦਿੱਕਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਨਾਲ ਐਡ ਕਰਨ ਦੀ। ਪਰੰਤੂ ਫਿਰ ਵੀ ਕਈਆਂ ਨਾਲ ਮੈਥ ਦੇ ਵਿੱਚ ਜ਼ਿਆਦਾ ਹੱਥ ਚੰਗਾ ਨਹੀਂ ਹੁੰਦਾ, ਤਾਂ ਤੁਸੀਂ ਇਸ ਤਰੀਕੇ ਨਾਲ ਐਡ ਕਰ ਸਕਦੇ ਹੋ। ਸੋ ਇਹ ਬਣ ਗਏ ਸਾਡੇ 13,440 ਰੁਪਏ। ਵੀ 2 ਸਾਲ ਬਾਅਦ ਜੀ ਉਸ ਪਰਸਨ ਨੂੰ ਕਿੰਨੇ ਰੁਪਏ ਵਾਪਸ ਕਰਨੇ ਪੈਣਗੇ? 13,440 ਰੁਪਏ। ਸੋ ਪਹਿਲੀ ਸਲਾਈਡ ਦੇ ਵਿੱਚ ਤੁਸੀਂ ਯਾਦ ਰੱਖਣਾ ਕਿ ਫਾਰਮੂਲਾ ਕੀ ਹੁੰਦਾ? ਸਿੰਪਲ ਇੰਟਰਸਟ ਦਾ ਅਗਰ ਆਪਾਂ ਸਧਾਰਨ ਵਿਆਜ ਕੱਢੀਏ ਤਾਂ P ਗੁਣਾ R ਗੁਣਾ T ਬਟਾ 100 ਹੋ ਗਿਆ, ਸਿੱਧਾ ਜਿਹਾ ਫਾਰਮੂਲਾ ਹੈਗਾ। ਤਾਂ ਉਸ ਤੋਂ ਬਾਅਦ ਇੱਥੋਂ ਵਿਆਜ ਨਿਕਲ ਜਾਂਦਾ SI, ਵਿਆਜ। ਫਿਰ ਕਿੰਨੇ ਰੁਪਏ ਵਾਪਸ ਕਰਨੇ ਪੈਣਗੇ ਉਹਨੂੰ ਅਮਾਉਂਟ ਕਹਾਂਗੇ ਜਾਂ ਮਿਸ਼ਰਤ ਧਨ ਕਹਾਂਗੇ। ਸੋ ਉਹਦਾ ਫਾਰਮੂਲਾ ਹੁੰਦਾ ਮੂਲਧਨ ਦੇ ਵਿੱਚ ਵਿਆਜ ਜੋੜ ਦਿਓ। ਆਪਾਂ 12,000 ਦੇ ਵਿੱਚ 1440 ਜੋੜਤੇ ਤੇ ਬਣ ਗਏ 13,440 ਰੁਪਏ। ਸੋ ਅੱਗੇ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਬਣ ਸਕਦੇ ਆ ਜਾਂ ਜੋ ਆਏ ਹੋਏ ਆ। ਹਾਂਜੀ, ਆਪਾਂ ਦੋ MCQ ਕਰਦੇ ਹਾਂ ਅੱਗੇ। ਇੱਕ ਤਾਂ ਬੜਾ ਸਿੰਪਲ ਜਿਹਾ MCQ ਪੇਪਰ ਦੇ ਵਿੱਚ ਆਇਆ ਹੋਇਆ ਤੇ ਇੱਕ ਥੋੜਾ ਜਿਹਾ ਕੰਪਲਿਕੇਟਡ ਹੈ। ਤਾਂ ਪਹਿਲਾਂ ਦੇਖੋ ਉੱਪਰ ਦੇਖੋ, ਮੈਂ ਕੁਐਸਚਨ ਨੰਬਰ ਇਹਨੂੰ 78 ਲਿਖਿਆ, MCQ ਨੰਬਰ 78। ਇਹਦਾ ਮਤਲਬ 77 MCQ ਅਸੀਂ ਪਹਿਲੀਆਂ ਆਪਣੀਆਂ 13 ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ। ਸੋ ਇਹ 14ਵੀਂ ਵੀਡੀਓਜ਼ ਦਾ ਤਾਂ ਆਪਣਾ ਪਹਿਲਾ MCQ ਹੈ। ਬਟ ਆਲ ਓਵਰ ਅਗਰ ਆਪਾਂ ਗੱਲ ਕਰੀਏ ਤਾਂ ਅਸੀਂ 78 ਜਿਹੜੇ ਹੈਗੇ ਨੇ, 77 ਇਸ ਤੋਂ ਪਹਿਲਾਂ ਅਸੀਂ MCQ ਕਰ ਚੁੱਕੇ ਹਾਂ ਅਤੇ 78ਵਾਂ ਜਿਹੜਾ MCQ ਹੈ। ਸੋ ਕੁਐਸਚਨ ਦੇ ਵਿੱਚ ਕੀ ਹੈ? 600 ਰੁਪਏ ਤੇ 8% ਦੀ ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੋਵੇਗਾ, ਹੈ ਨਾ। ਸਿੰਪਲ ਵਿਆਜ ਪੁੱਛਿਆ, ਅਗਰ ਕੁਛ ਨਾ ਮੈਂਸ਼ਨ ਕੀਤਾ ਹੋਵੇ ਕਿ ਕਿਹੜਾ ਵਿਆਜ ਹੈ ਤਾਂ ਇਹਦਾ ਮਤਲਬ ਸਿੰਪਲ ਵਿਆਜ ਪੁੱਛਿਆਗਾ। ਸੋ ਸਿੰਪਲ ਵਿਆਜ ਹੁੰਦਾ ਜੀ SI, ਠੀਕ ਹੈ। ਸਿੰਪਲ ਵਿਆਜ ਹੁੰਦਾ SI, ਕੋਈ ਬਹੁਤਾ ਔਖਾ ਕੁਐਸਚਨ ਨਹੀਂ ਹੈਗਾ। ਬਸ ਅਗਰ ਤੁਹਾਨੂੰ ਫਾਰਮੂਲਾ ਆਉਂਦਾ ਹੈਗਾ P ਗੁਣਾ R ਗੁਣਾ T ਬਟਾ 100, ਠੀਕ ਹੈ ਜੀ, ਇਹੀ ਫਾਰਮੂਲਾ ਹੁੰਦਾ ਸਿੰਪਲ ਵਿਆਜ ਦਾ। ਸਾ P ਦਾ ਮੁੱਲ ਕਿੰਨਾ ਹੈਗਾ? ਕਿੰਨੇ ਰੁਪਏ ਨੇ ਮੂਲਧਨ ਦੇ ਤੌਰ ਤੇ? 600। R ਦਾ ਮੁੱਲ ਹੈਗਾ ਮੇਰੇ ਕੋਲ 8। ਟਾਈਮ ਕਿੰਨਾ ਰੱਖਿਆ? 1 ਸਾਲ, ਠੀਕ ਹੈ। ਜੇ ਮਹੀਨਿਆਂ ਦੇ ਵਿੱਚ ਹੋਵੇ ਫਿਰ ਗੜਬੜ ਹੈ, ਅੱਗੇ ਮੈਂ ਦੱਸੂਗਾ ਮਹੀਨੇ ਵਾਲਾ ਕੁਐਸਚਨ ਵੀ ਹੈ। ਤਾਂ ਉਸ ਤੋਂ ਬਾਅਦ ਇਹਨੂੰ ਕੈਂਸਲ ਕਰ ਦਿਓ। ਤਾਂ ਹੁਣ ਦੇਖੋ 8 ਛੀਕ, ਇਸ ਤੋਂ ਬਾਅਦ ਸਿੰਪਲ ਬਣ ਗਿਆ ਜੀ, ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ। ਤਾਂ 6 8 48 ਹੋ ਗਿਆ, 48 1 48, ਕਿਉਂਕਿ ਤੁਹਾਡੇ ਕੋਲ ਅਗਰ, ਚਲੋ ਮੈਂ ਥੋੜਾ ਜਿਹਾ ਹੋਰ ਲਿਖ ਹੀ ਦਿੰਦਾ ਇਦਾਂ। ਸੋ ਆਪਣੇ ਕੋਲ ਆਹੀ ਚੀਜ਼ ਬਚੀ ਨਾ, ਥੱਲੇ ਤਾਂ ਇੱਕ ਆਪਾਂ ਲਿਖਦੇ ਨਹੀਂ ਹੁੰਦੇ, ਜਿਹੜਾ ਆਲਾ ਇੱਕ ਸੀ ਉਹਨੂੰ ਲਿਖਣ ਦੀ ਲੋੜ ਨਹੀਂ। ਸੋ 8 ਛੀਕ 48, 48 1 48 ਰੁਪਏ ਆ ਗਏ, ਠੀਕ ਹੈ, 48 ਰੁਪਏ। ਤਾਂ ਇੱਥੇ ਜੋ ਵਿਆਜ ਬਣਦਾ ਜੀ ਉਹ 48 ਰੁਪਏ ਹੈ। ਹਾਲਾਂਕਿ ਕੁਐਸਚਨ ਦੇ ਵਿੱਚ ਕਿਤੇ 48 ਰੁਪਏ ਨਹੀਂ ਹੈਗਾ। ਸੋ ਕਈ ਵਾਰ ਦੇਖੋ ਇਦਾਂ ਥੋੜਾ ਜਿਹਾ ਲਿਖਣ ਦੇ ਵਿੱਚ ਇਹਨਾਂ ਦੇ ਫਰਕ ਪੈ ਜਾਂਦਾ ਹੈਗਾ, ਕਿਉਂਕਿ ਮੈਂ ਪੇਪਰ ਦੇ ਵਿੱਚੋਂ ਡਾਇਰੈਕਟ ਹੀ ਕਈ ਵਾਰ ਇਹ ਕੁਐਸਚਨ ਉਠਾਏ ਹੋਏ ਨੇ। ਜਿਵੇਂ ਤੁਸੀਂ ਨੀਚੇ ਵਾਲਾ ਦੇਖ ਸਕਦੇ ਹੋ ਵੀ ਪੇਪਰ ਦੀ ਕੁਐਸਚਨ ਹੈਗਾ। ਤਾਂ ਇੱਥੇ 48 ਆਇਆ ਦੇਖੋ। ਸੋ ਇਹਨਾਂ ਨੇ ਪੁੱਛਿਆ ਕਿ 1 ਸਾਲ ਦਾ ਕਿੰਨਾ ਵਿਆਜ ਹੈ 600 ਰੁਪਏ ਦੇ ਹਿਸਾਬ ਨਾਲ। ਸੋ ਇਸ ਕੁਐਸਚਨ ਦੇ ਵਿੱਚ ਆਈ ਥਿੰਕ ਥੋੜੀ ਜਿਹੀ ਮਿਸਟੇਕ ਹੈ ਜੀ।
ਕਿ 48 ਤਾਂ ਦੇਖੋ ਨਹੀਂ ਹੈਗਾ, ਹੋ ਸਕਦਾ ਪੰਜਾਬੀ ਵਾਲੇ ਸਾਈਡ ਟਾਈਪਿੰਗ ਦੇ ਵਿੱਚ ਗਲਤੀ ਹੋਵੇ। ਸੋ ਇੱਥੇ ਇਹ 600 ਰੁਪਏ ਨਹੀਂ ਹੋਣਾ ਜੀ, ਇਹ 6000 ਰੁਪਏ ਹੋਣਾ। ਹੋ ਸਕਦਾ ਇੰਗਲਿਸ਼ ਦੇ ਵਿੱਚ ਸਹੀ ਲਿਖਿਆ ਹੋਵੇ, ਇਹ 600 ਦੀ ਜਗ੍ਹਾ 6000 ਰੁਪਏ ਹੋਣਾਗਾ। ਤਾਂ ਕਰਕੇ ਆਪਣਾ ਇੱਥੇ ਕੀ ਬਣੂਗਾ, ਜਿੱਥੇ ਮੈਂ 600 ਲਿਖਿਆ ਸੀ ਨਾ, ਮੈਂ ਇੱਥੇ ਦੁਬਾਰਾ ਲਿਖ ਦਿੰਨਾ, ਜਿੱਥੇ ਮੈਂ 600 ਲਿਖਿਆ ਸੀ ਉੱਥੇ 6000 ਪਾਉਂਗੇ। ਠੀਕ ਹੈ ਜੀ, ਬਾਕੀ 8 ਗੁਣਾ 1/100। ਸੋ ਕਈ ਵਾਰ ਟਾਈਪਿੰਗ ਦੇ ਵਿੱਚ ਹੋ ਜਾਂਦੀ ਹੈ ਗਲਤੀ। ਸੋ ਹਾਲਾਂਕਿ ਮੈਂ ਕੁਐਸਚਨ ਡਾਇਰੈਕਟ ਹੀ ਉਠਾਏ ਹੋਏ ਹੈ। ਸੋ ਇਸ ਤੋਂ ਬਾਅਦ ਦੇਖੋ 8×48 ਨਾਲ ਆ ਇੱਕ ਜ਼ੀਰੋ ਬਚੀ ਹੈ ਨਾ, ਤਾਂ ਉਹ ਜ਼ੀਰੋ ਨਾਲ ਲੱਗੂਗੀ, ਤਾਂ ਕੁੱਲ ਮਿਲਾ ਕੇ 480 ਬਣੂਗਾ। ਤਾਂ 6000 ਦੇ ਹਿਸਾਬ ਨਾਲ ਆਪਣਾ ਰਾਈਟ ਆਨਸਰ ਕੀ ਆਊਗਾ, ਆਪਸ਼ਨ ਬੀ ਆਊਗਾ। ਠੀਕ ਹੈ, ਸੋ ਕਈ ਵਾਰ ਇਦਾਂ ਦੀਆਂ ਮਿਸਟੇਕ ਜਿਹੜੀਆਂ ਹੋ ਜਾਂਦੀਆਂ ਨੇ। ਸੋ ਆਪਾਂ ਕਾਫੀ ਵਾਰ ਦੇਖਦੇ ਹਾਂ ਪੇਪਰਾਂ ਦੇ ਵਿੱਚ ਗ੍ਰੇਸ ਮਾਰਕਸ ਜਿਹੜੇ ਹੈਗੇ ਨੇ ਮਿਲਦੇ ਨੇ। ਸੋ ਹੁਣ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਤੇ, ਜੋ ਫਿਰ ਇੱਕ ਪੇਪਰ ਦਾ ਕੁਐਸਚਨ ਹੈ। ਹਾਲਾਂਕਿ ਇਹ ਪੇਪਰ ਰੀਸੈਂਟ ਨਹੀਂ ਹੈਗਾ ਜੀ, ਜਿਹੜਾ 79 ਵਾਲਾ ਕੁਐਸਚਨ ਹੈ ਨਾ, ਇਹ ਮੇ ਵੀ ਕੋਈ 2018 ਵਗੈਰਾ ਦਾ ਪੇਪਰ ਹੈਗਾ, ਜਾਂ 16 ਦਾ ਹੋਏਗਾ, ਉਹਦੇ ਵਿੱਚੋਂ ਇਹ ਮੈਂ ਉਠਾਇਆ ਹੈਗਾ। ਸੋ ਦੇਖੋ ਇਸ ਤਰ੍ਹਾਂ ਦੇ ਪਹਿਲਾਂ ਕੁਐਸਚਨ ਜਿਹੜੇ ਹੈਗੇ ਸੀ, ਹੁਣ ਤੱਕ ਮੈਂ ਤੁਹਾਨੂੰ ਜੋ ਵੀ ਪੜਾਇਆ ਹੈਗਾ ਉਹ ਬਹੁਤ ਬੇਸਿਕ ਹੈ। ਹਾਲਾਂਕਿ ਜਿਹੜੇ ਕੁਐਸਚਨ ਨੇ ਨਾ, ਉਹ ਕਾਫੀ ਹਾਈ ਲੈਵਲ ਦੇ ਪੇਪਰ ਦੇ ਵਿੱਚ ਆ ਰਹੇ ਨੇ। ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਕੁਐਸਚਨ ਨੰਬਰ 79 ਦੇਖੋ। ਸੋ 1200 ਰੁਪਏ ਤੇ, ਠੀਕ ਹੈ, ਰੁਪਏ ਕਿੰਨੇ ਨੇ ਜੀ 1200, ਇਹਦਾ ਮਤਲਬ ਇੱਥੇ ਮੈਂ ਲਿਖ ਦਿੰਦਾ ਪੀ ਤਾਂ ਹੋ ਗਿਆ ਮੇਰਾ 1200, ਪੀ ਇਜ਼ ਇਕੁਅਲ ਟੂ 1200। 1200 ਰੁਪਏ ਤੇ 4 ਜਨਵਰੀ 1984, ਠੀਕ ਹੈ ਜੀ, 4 ਜਨਵਰੀ 1984 ਇੱਕ ਡੇਟ ਪਾਤੀ, ਸਮਾਂ ਦੇਤਾ, ਤੋਂ ਠੀਕ ਹੈ, ਤੋਂ 29 ਮਈ 1985 ਤੱਕ। ਮਤਲਬ ਕੋਈ ਫਿਕਸ ਨਹੀਂ ਦੱਸਿਆ ਵੀ 1 ਸਾਲ 2 ਸਾਲ 3 ਸਾਲ, ਹਨਾ, ਇਸ ਤਰੀਕੇ ਨਾਲ ਇੱਕ ਤੁਹਾਨੂੰ ਸਮਾਂ ਦੇਤਾ ਵੀ ਭਾਈ ਆਹ ਵਾਲਾ ਸਮਾਂ ਗਾ। ਠੀਕ ਹੈ, ਹੁਣ ਇਹਦੇ ਵਿੱਚੋਂ ਆਪਣੇ ਆਪ ਆਪਾਂ ਨੂੰ ਟੀ ਲੱਭਣਾ ਪੈਣਾ, ਉਹ ਥੋੜੀ ਜਿਹੀ ਆਪਾਂ ਨੂੰ ਥੋੜਾ ਜਿਹਾ ਉੱਥੇ ਡਿਫਿਕਲਟ ਰਹੂਗਾ, ਉਹ ਆਪਾਂ ਸਮਝਾਂਗੇ ਕਿਵੇਂ ਕੱਢਾਂਗੇ। ਦਰ ਦੇਤੀ ਆਪਾਂ ਨੂੰ, ਆਰ ਦੇਤਾ, ਦਰ ਰੇਟ ਕਿੰਨੀ ਹੈ ਜੀ 3%। ਠੀਕ ਹੈ, ਰੇਟ ਹੋ ਗਈ ਆਪਣੀ 3%। 3% ਹੈ ਇਹ, ਥੋੜਾ ਜਿਹਾ ਪੈਨਸਲ ਨਾਲ ਲਿਖਣ ਦੇ ਵੇਲੇ ਥੋੜਾ ਜਿਹਾ ਹੋ ਜਾਂਦਾ ਜੀ। ਠੀਕ ਹੈ, ਕਿਉਂਕਿ ਜਿੱਥੋਂ ਡਾਟ ਲਾਉਣੇ ਹੁੰਦੇ ਆ, ਤਾਂ ਥੋੜਾ ਜਿਹਾ ਪੈਨਸਲ ਕਈ ਵਾਰ ਡਾਟ ਵਾਲਾ ਜਿਹੜਾ ਨਿਸ਼ਾਨ ਹੈ ਉਹ ਸਹੀ ਨਹੀਂ ਲੈਂਦੀ। ਤਾਂ r ਇਜ਼ ਇਕੁਅਲ ਟੂ 3% ਇਸ ਤਰੀਕੇ ਨਾਲ। ਹੁਣ ਟੀ ਦੇਖੋ, ਹੁਣ ਸਭ ਤੋਂ ਵੱਡੀ ਗੱਲ ਹੈ ਟੀ ਕੱਢਣੀ, ਕਿਉਂਕਿ ਕੱਢਣਾ ਤਾਂ ਆਪਾਂ ਸਧਾਰਨ ਵਿਆਜ ਹੀ ਹੈ ਨਾ, ਐਸ ਆਈ ਕੱਢਣਾ ਆਪਾਂ, ਉਹ ਆਪਾਂ ਨੂੰ ਫਾਰਮੂਲਾ ਪਤਾਗਾ। ਠੀਕ ਹੈ, ਫਾਰਮੂਲਾ ਆਪਣਾ ਪਤਾ ਕਿ ਐਸ ਆਈ ਇਜ਼ ਇਕੁਅਲ ਟੂ ਪੀ ਗੁਣਾ r ਗੁਣਾ ਟੀ ਬਟਾ 100। ਪਰ ਦੇਖੋ ਇਸ ਕੁਐਸਚਨ ਦੇ ਵਿੱਚ ਆਪਣੀ ਇੱਕ ਟੈਨਸ਼ਨ ਜਿਹੜੀ ਹੈਗੀ ਉਹ ਇਹਨਾਂ ਨੇ ਵਧਾਤੀ ਕਿ ਸਮਾਂ ਇਨਡਾਇਰੈਕਟ ਵੇ ਨਾਲ ਦਿੱਤਾ। ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਕੱਢਣ ਦੀ। ਸਭ ਤੋਂ ਪਹਿਲਾਂ ਦੇਖੋ 4 ਜਨਵਰੀ 1984 ਤੋਂ 29 ਮਈ 1985। ਆਪਾਂ ਇੱਕ ਕੰਮ ਕਰਦੇ ਹਾਂ, ਸਭ ਤੋਂ ਪਹਿਲਾਂ 4 ਜਨਵਰੀ 1984 ਤੋਂ ਚੱਲਦੇ ਹਾਂ। ਠੀਕ ਹੈ, 4 ਜਨਵਰੀ 1984 ਤੋਂ 4 ਜਨਵਰੀ 1985 ਤੱਕ ਦਾ 1 ਸਾਲ ਹੋ ਗਿਆ ਜੀ। 4 ਜਨਵਰੀ 1985 ਦਾ 1 ਸਾਲ ਹੋ ਗਿਆ। ਠੀਕ ਹੈ, ਇਦਾਂ ਵੀ ਤੁਸੀਂ ਕੱਢ ਸਕਦੇ ਹੋ, ਕਈ ਤਰੀਕੇ ਨੇ ਕੱਢਣ ਦੇ। ਜਾਂ ਸਭ ਤੋਂ ਪਹਿਲਾਂ ਆਪਾਂ ਦੂਸਰੇ ਤਰੀਕੇ ਨਾਲ ਅਗਰ ਮੈਂ ਜਾਵਾਂ, ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ 4 ਜਨਵਰੀ 1984 ਤੋਂ 31 ਦਸੰਬਰ ਤੱਕ ਕੱਢ ਲਓ ਜੀ। 31 ਦਸੰਬਰ 1984 ਤੱਕ ਆਪਾਂ ਕੱਢ ਲੈਂਦੇ ਆ। ਦੇਖੋ ਮੈਂ ਉੱਪਰ ਲਿਖਦਾ ਪਿਆ, ਧਿਆਨ ਨਾਲ ਨੋਟ ਕਰਨਾ ਇਹਨੂੰ। ਦੇਖੋ ਜਨਵਰੀ ਦੇ ਵੈਸੇ ਸਾਲ ਦੇ ਕਿੰਨੇ ਦਿਨ ਹੁੰਦੇ ਆ, ਸਾਲ ਦੇ ਹੁੰਦੇ ਆ ਜੀ 365 ਦਿਨ। ਠੀਕ ਹੈ, ਸਾਲ ਦੇ ਹੋ ਗਏ ਨਾਰਮਲ ਸਾਲ ਦੇ 365 ਦਿਨ। ਪਰ 84 ਦੇ ਧਿਆਨ ਨਾਲ ਦੇਖੋ, 84 ਨਾ ਇੱਕ ਲੀਪ ਦਾ ਸਾਲ ਹੈ। ਜਿਵੇਂ ਹੁਣ 2024 ਜਿਹੜਾ ਹੈਗਾ ਉਹ ਲੀਪ ਦਾ ਸਾਲ ਹੈ ਨਾ, ਤਾਂ ਉਦੋਂ 366 ਦਿਨ ਹੁੰਦੇ ਆ। ਤਾਂ ਕਰਕੇ 365 ਦੇ ਵਿੱਚ ਮੈਨੂੰ ਇੱਕ ਪਲੱਸ ਕਰਨਾ ਪਊਗਾ, 366 ਹੋ ਜਾਊਗਾ। ਹੁਣ ਅੱਗੇ ਦੇਖੋ, ਹੁਣ ਜਨਵਰੀ 4 ਜਨਵਰੀ ਵਾਲਾ ਦਿਨ ਤਾਂ ਆਪਾਂ ਕਾਊਂਟ ਕਰਾਂਗੇ, ਪਰ ਇਸ ਤੋਂ ਪਹਿਲਾਂ 3 ਦਿਨ 1 2 3 ਜਨਵਰੀ ਉਹ ਕਾਊਂਟ ਨਹੀਂ ਹੁੰਦੇ। ਠੀਕ ਹੈ, 4 ਤੋਂ ਚੱਲੂਗਾ, ਇਹਦਾ ਮਤਲਬ -3 ਕਰ ਦਿਓ। ਠੀਕ ਹੈ ਜੀ, -3 ਕਰ ਦਿਓ। ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ। ਹੁਣ ਇਹਨੂੰ ਆਪਾਂ ਸੋਲਵ ਕਰ ਲੈਂਦੇ ਆ। ਸੋ 365 ਤੇ 1 366 ਹੋ ਗਏ, 365 ਤੇ 1 366 ਹੋ ਗਏ, 366 ਚੋਂ 3 ਫਿਰ ਘਟਾ ਦਿਓ, ਤਾਂ ਇਹ ਬਣ ਗਈ ਜੀ 363 ਦਿਨ ਬਣ ਗਏ। 363 ਦਿਨ ਬਣ ਗਏ, ਇਸ ਤਰੀਕੇ ਨਾਲ ਗਏ ਆਪਾਂ। ਠੀਕ ਹੈ, ਹੋਪਫੁਲੀ ਤੁਹਾਨੂੰ ਇੱਥੋਂ ਤੱਕ ਸਮਝ ਆ ਗਿਆ ਹੋਊਗਾ। ਇਸ ਤੋਂ ਬਾਅਦ ਹੁਣ ਜਿਹੜਾ 1985 ਵਾਲਾ, ਹੁਣ ਆਪਾਂ ਉਹਦੀ ਕੈਲਕੂਲੇਸ਼ਨ ਕਰਦੇ ਹਾਂ। ਜੋ 1985 ਵਾਲਾ, ਮੈਂ ਮਾਰਕਰ ਚੇਂਜ ਕਰ ਲੈਣਾ ਇੱਕ ਵਾਰ। ਤਾਂ ਉਹਦੇ ਵਿੱਚੋਂ ਦੇਖੋ ਸਭ ਤੋਂ ਪਹਿਲਾਂ ਮਹੀਨਾ ਆਉਂਦਾ ਹੋਊਗਾ ਜਨਵਰੀ। ਜਨਵਰੀ ਦੇ ਵਿੱਚ ਦਿਨ ਹੁੰਦੇ ਆ ਜੀ 31, ਜਨਵਰੀ 'ਚ ਹੁੰਦੇ ਆ 31। ਫਿਰ ਆਊਗਾ ਫਰਵਰੀ, ਫਰਵਰੀ 'ਚ ਹੁੰਦੇ ਆ 28, ਕਿਉਂਕਿ ਲੀਪ ਦਾ ਸਾਲ ਨਹੀਂ 1985, ਤਾਂ ਕਰਕੇ 28। ਉਸ ਤੋਂ ਬਾਅਦ ਫਿਰ ਮਾਰਚ, ਮਾਰਚ ਦੇ ਵਿੱਚ 31। ਫਿਰ ਅਪ੍ਰੈਲ, ਅਪ੍ਰੈਲ ਦੇ ਵਿੱਚ 30 ਹੋ ਗਏ ਜੀ। ਠੀਕ ਹੈ, ਅਪ੍ਰੈਲ ਤੋਂ ਬਾਅਦ ਦੇਖੋ ਮਈ ਦੇ ਸਿਰਫ 29 ਦਿਨ ਆਪਾਂ ਦੇਖਣੇ ਆ, ਜ਼ਿਆਦਾ ਨਹੀਂ ਦੇਖਣੇ।
ਮਈ ਦੇ ਸਿਰਫ 29 ਦਿਨ ਦੇਖਣੇ ਆ, ਕਿਉਂਕਿ 29 ਮਈ 1985 ਲਿਖਿਆ। ਹਾਂਜੀ, ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਜੋੜੋਗੇ ਨਾ, ਆਪਣੇ ਆਪ ਜੋੜ ਕੇ ਦੇਖਿਓ, ਇਹ ਬਣ ਜੂਗਾ ਜੀ 149। ਇਹ ਬਣ ਜੂਗਾ 149। ਹੁਣ ਪਹਿਲਾਂ ਵਾਲੇ ਦਿਨ ਕਿੰਨੇ ਸੀ? 363। ਪਹਿਲਾਂ ਵਾਲੇ ਸੀਗੇ 363। ਠੀਕ ਹੈ, ਫਿਰ ਕਿੰਨੇ ਹੋ ਗਏ ਜੀ? 149। ਜੇ ਤੁਸੀਂ ਦੋਨਾਂ ਨੂੰ ਜੋੜੋਗੇ, ਆਪਣੇ ਆਪ ਜੋੜ ਕੇ ਦੇਖਿਓ, ਤਾਂ ਇਹ 512 ਦਿਨ ਬਣ ਜਾਣਗੇ। 512 ਡੇਜ਼ ਬਣ ਗਏ, 512 ਦਿਨ ਬਣ ਗਏ। ਠੀਕ ਹੈ, ਪਰ ਆਪਾਂ ਨੂੰ ਪਤਾ ਜੋ ਟਾਈਮ ਹੈ ਆਪਾਂ ਤਾਂ ਸਾਲਾਂ ਦੇ ਵਿੱਚ ਲੈਣਾ ਹੈਗਾ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ? ਜੋ ਮੇਰਾ 512 ਆਇਆ ਜੀ, ਉਹਨੂੰ 365 ਨਾਲ ਭਾਗ ਕਰ ਦਿਓ। 512 ਨੂੰ 365 ਨਾਲ ਭਾਗ ਕਰ ਦਿਓ। ਠੀਕ ਹੈ, ਤਾਂ ਸਾਲਾਂ ਦੇ ਵਿੱਚ ਆ ਜਾਊਗਾ, ਕਿਉਂਕਿ ਇੱਕ ਸਾਲ ਦੇ ਵਿੱਚ 365 ਹੁੰਦੇ ਨੇ। ਤਾਂ 512 ਦਿਨਾਂ ਨੂੰ 365 ਨਾਲ ਭਾਗ ਕਰ ਦਿਓ, ਤਾਂ ਸਾਲਾਂ ਦੇ ਵਿੱਚ ਆ ਜਾਊਗਾ, ਈਅਰ ਦੇ ਵਿੱਚ ਆ ਜਾਊਗਾ। ਹੁਣ ਦੇਖੋ, ਭਾਗ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ। ਤੇ ਹੁਣ ਤੁਸੀਂ ਖੁਦ ਦੇਖੋ ਕਿ ਪੇਪਰ ਦਾ ਲੈਵਲ ਕੀ ਹੈ, ਹਨਾ? ਪੇਪਰ ਦਾ ਲੈਵਲ ਕੀ ਹੈ, ਸਾਰਾ ਕੁਝ ਆਪਾਂ ਕੀਤਾ ਹੋਇਆ, ਇਸ ਤਰੀਕੇ ਨਾਲ ਭਾਗ ਕਰਕੇ ਦੇਖ ਲਓ। 365 ਆ ਗਿਆ। ਠੀਕ ਹੈ ਜੀ, ਕੋਈ ਬਾਹਲਾ ਔਖਾ, ਜ਼ਿਆਦਾ ਔਖਾ ਕੰਮ ਨਹੀਂ ਹੈਗਾ। 12 ਚੋਂ 5 ਕੱਢੇ, 7 ਆ ਗਿਆ। ਉਸ ਤੋਂ ਬਾਅਦ ਇੱਥੇ 4 ਆਊਗਾ। ਠੀਕ ਹੈ, ਫਿਰ 1 ਆਊਗਾ। ਫਿਰ ਤੁਸੀਂ ਇੱਥੇ 0 ਲਾ ਦਿਓ, ਇੱਥੇ ਪੁਆਇੰਟ ਲਾ ਦਿਓ। ਉਸ ਤੋਂ ਬਾਅਦ ਇਹ 4 ਤੇ ਚਲਾ ਜਾਊਗਾ। 4 ਤੇ ਜਾ ਕੇ ਮੇਬੀ ਇਹ 1460 ਕੁਝ ਬਣੂਗਾ। ਠੀਕ ਹੈ, ਇਸ ਤਰੀਕੇ ਨਾਲ ਫਿਰ 10 ਬਚ ਗਿਆ ਜੀ। ਫਿਰ ਉਸ ਤੋਂ ਬਾਅਦ ਫਿਰ ਅੱਗੇ 0 ਆ ਜੂਗੀ, ਇੱਥੇ ਜਾਂਦਾ ਨਹੀਂ, 0 ਆ ਜੂਗੀ। ਠੀਕ ਹੈ, ਫਿਰ ਅੱਗੇ ਦੇ ਅੱਗੇ ਇਹਨੂੰ 1000 ਬਣਾਉਣਾ ਪਊ, ਮਤਲਬ ਇਦਾਂ ਤੁਹਾਨੂੰ ਚੱਲਣਾ ਪਊਗਾ। ਕੁੱਲ ਮਿਲਾ ਕੇ ਇੱਥੋਂ ਆਪਾਂ ਨੂੰ ਕਲੀਅਰ ਹੋ ਗਿਆ ਕਿ 1.4 ਬਣੂਗਾ। ਸੋ ਅਸੀਂ ਇੰਨੀ ਜ਼ਿਆਦਾ ਮੱਥਾ ਮਾਰ ਕੇ ਸਾਨੂੰ ਟਾਈਮ ਦਾ ਪਤਾ ਲੱਗਿਆ ਕਿ ਕਿੰਨੇ ਸਾਲ ਆਉਣਗੇ। 1.4 ਬਣੂਗਾ, 1.4। ਹੁਣ 1.4 ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰ ਦਿਓ। 1200 ਗੁਣਾ 3 ਗੁਣਾ 3 ਗੁਣਾ 1.4। ਠੀਕ ਹੈ, 1.4 ਬਟਾ 100 ਬਟਾ 100। 0 ਨਾਲ 0 ਕੱਟ ਦਿਓ ਜੀ। ਠੀਕ ਹੈ, ਹੁਣ ਤਾਂ ਗੁਣੀ ਰਹਿ ਗਈ ਆਪਣੀ। ਹੁਣ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ। ਤਾਂ 12 ਤੀਹ 36 ਹੁੰਦੇ ਨੇ। 12 ਤੀਹ 36, 36 ਦੀ 1.4 ਨਾਲ ਗੁਣਾ ਕਰ ਦਿਓ। ਹੁਣ ਦੇਖੋ, ਇਹ ਮੈਂ ਤੁਹਾਨੂੰ ਭਿੰਨਾਂ ਤੇ ਦਸ਼ਮਲਵ ਦੇ ਵਿੱਚ ਕਰਵਾਈ ਹੋਇਆਗਾ ਪਹਿਲਾਂ, ਕਿ 36 ਦੀ 1.4 ਨਾਲ ਗੁਣਾ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਹੀ 36 ਦੀ 14 ਨਾਲ ਗੁਣਾ ਕਰ ਦਿਓ। ਪੁਆਇੰਟ ਆਪਾਂ ਬਾਅਦ ਦੇ ਵਿੱਚ ਦੇਖਾਂਗੇ। ਸੋ 6 ਚੌਕਾ 24 ਆ ਗਿਆ ਜੀ। 2 ਹਸਲ 4 ਤੀਏ 12 ਤੇ 2 14। ਇਸ ਤਰੀਕੇ ਨਾਲ ਤੁਸੀਂ ਜਾਣਾਗਾ। 6 3 ਇਹ ਸਭ ਨੂੰ ਆਉਂਦਾ ਹੋਊਗਾ, ਬੇਸਿਕ ਹੈ। ਸੋ 4 10 5। ਸੋ ਇਹ ਬਣ ਗਿਆ ਤੁਹਾਡਾ 504। ਠੀਕ ਹੈ, ਇਹ ਬਣ ਗਿਆ ਤੁਹਾਡਾ 504 ਜਦੋਂ ਗੁਣਾ ਕਰੋਗੇ। 504। ਹੁਣ ਪੁਆਇੰਟ ਵੀ ਕਿਤੇ ਨਾ ਕਿਤੇ ਆਪਾਂ ਲਾਉਣਾਗਾ। 1.4 ਦੇ ਦੇਖੋ ਪਿੱਛੇ ਦਸ਼ਮਲਵ ਦੇ ਵਿੱਚ ਆਪਾਂ ਪੜਿਆ ਹੋਇਆ ਕਿ ਪਿੱਛੇ ਇੱਕ ਅੰਕ ਹੈ, ਤਾਂ 504 ਦੇ ਪਿੱਛੋਂ ਇੱਕ ਛੱਡ ਕੇ ਪੁਆਇੰਟ ਲਾ ਦਿਓ। ਸੋ ਇੱਥੇ ਲੱਗ ਗਿਆ, ਇਹ ਬਣ ਗਿਆ ਆਪਣਾ 50.4। ਆ ਸੀ 50.4 ਜਾਂ 50.40। ਸੋ ਆਪਣਾ ਆਨਸਰ ਕਿਹੜਾ ਸਹੀ ਆਊਗਾ? ਬੀ। ਸੋ ਖੁਦ ਲੈਵਲ ਦੇਖੋ ਜੀ, 2016-18 ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਆਉਂਦੇ ਰਹੇ ਹੈ। ਹਾਲਾਂਕਿ ਕੁਐਸਚਨ ਹੈਗਾ ਸਿੰਪਲ ਸਧਾਰਨ ਵਿਆਜ ਤੇ, ਫਿਰ ਵੀ ਇੰਨਾ ਮੱਥਾ ਮਤਲਬ ਆਪਾਂ ਨੂੰ ਮਾਰਨਾ ਪੈ ਸਕਦਾ ਹੈ। ਤਾਂ ਹੀ ਤੁਹਾਨੂੰ ਮੈਂ ਬੋਲਦਾ ਹੁੰਦਾ ਕਿ CDP ਜਾਂ ਇੰਗਲਿਸ਼ ਪੈਡਾਗੋਜੀ ਜਾਂ ਬਾਕੀ ਚੀਜ਼ਾਂ ਦੇ ਵਿੱਚ ਤੁਸੀਂ ਇੰਨੀ ਜ਼ਿਆਦਾ ਪ੍ਰੈਕਟਿਸ ਕਰ ਲਓ ਕਿ ਲਾਸਟ ਤੇ ਮੈਥ ਦੇ ਲਈ ਤੁਹਾਨੂੰ ਇਨਫ ਟਾਈਮ ਮਿਲੇ। ਠੀਕ ਹੈ, ਅਗਰ ਤੁਸੀਂ ਪਹਿਲਾਂ ਮੈਥ ਕਰਤਾ ਤੇ ਇਦਾਂ ਦੇ ਕੁਐਸਚਨਾਂ ਦੇ ਵਿੱਚ ਫਿਰ ਉਲਝ ਗਏ ਨਾ, ਫਿਰ ਕੰਮ ਖਰਾਬ ਹੋ ਜਾਊਗਾ। ਕਈ ਵਾਰ ਅਸੀਂ ਉਲਝ ਵੀ ਜਾਂਦੇ ਹਾਂ, ਪਰ ਸਾਡੇ ਤੋਂ ਸਵਾਲ ਫਿਰ ਵੀ ਨਹੀਂ ਨਿਕਲਦਾ। ਤਾਂ ਕਰਕੇ ਥੋੜੀ ਜਿਹੀ ਪ੍ਰੈਕਟਿਸ ਕਰੋ। ਰੀਸੈਂਟ ਹੀ ਮੈਂ ਬਾਅਦ ਵਿੱਚ ਦਿਖਾਊਂਗਾ ਕੰਪਾਊਂਡ ਇੰਟਰਸਟ, ਜਿਹੜਾ ਮਿਸ਼ਰਤ ਵਿਆਜ ਹੈ, ਉਹ ਤੇ ਆਪਾਂ ਨੂੰ ਕੁਐਸਚਨ ਆਇਆ ਹੋਇਆ, ਤੇ ਉਹ ਇਸ ਤੋਂ ਵੀ ਟੇਢਾ ਕੁਐਸਚਨ ਹੈਗਾ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਕੰਪਾਊਂਡ ਇੰਟਰਸਟ ਦੀ, ਜਿਸ ਨੂੰ ਅਸੀਂ ਬੋਲਦੇ ਹਾਂ ਮਿਸ਼ਰਤ ਵਿਆਜ। ਸੋ ਇਹ ਉਹ ਵਾਲਾ ਇੰਟਰਸਟ ਹੈ ਕਿ ਜਦੋਂ ਵਿਆਜ ਤੇ ਵੀ ਆਪਾਂ ਨੂੰ ਵਿਆਜ ਮਿਲੇ, ਹਨਾ? ਜੋ ਆਪਣਾ ਮਤਲਬ ਪਹਿਲੇ ਸਾਲ ਦਾ ਵਿਆਜ ਬਣ ਗਿਆ, ਉਸ ਤੋਂ ਬਾਅਦ ਦੂਜੇ ਸਾਲ ਆਪਾਂ ਨੂੰ ਮੂਲਧਨ ਤੇ ਤਾਂ ਵਿਆਜ ਮਿਲੇ ਹੀ ਮਿਲੇ, ਅੱਗੇ ਜੋ ਪਹਿਲੇ ਸਾਲ ਦਾ ਵਿਆਜ ਹੈ ਉਹ ਰੁਪਈਆਂ ਤੇ ਵੀ ਅੱਗੇ ਵਿਆਜ ਮਿਲੇ, ਹਨਾ? ਸੋ ਇਹਨੂੰ ਬੋਲਦੇ ਹਾਂ ਅਸੀਂ ਕੰਪਾਊਂਡ ਇੰਟਰਸਟ। ਸੋ ਬੜੀ ਵਧੀਆ ਚੀਜ਼ ਹੁੰਦੀ ਹੈ ਇਹ ਟਾਈਮ ਦੇ ਨਾਲ ਨਾਲ। ਸੋ ਇਹਦਾ ਕੱਢਣ ਦਾ ਫਾਰਮੂਲਾ ਕੀ ਹੈ ਜੀ? ਇਹਦਾ ਕੱਢਣ ਦਾ ਫਾਰਮੂਲਾ ਥੋੜਾ ਜਿਹਾ ਅਲੱਗ ਹੈ। ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਅਮਾਉਂਟ ਕੱਢਣਾ ਪੈਂਦਾ, ਉਲਟਾ ਚੱਲ ਪੋ ਉਹਦੇ ਤੋਂ। ਠੀਕ ਹੈ, ਮਿਸ਼ਰਤ ਵਿਆਜ ਨੂੰ ਕੱਢਣ ਤੋਂ ਪਹਿਲਾਂ, ਕੰਪਾਊਂਡ ਇੰਟਰਸਟ ਨੂੰ ਕੱਢਣ ਤੋਂ ਪਹਿਲਾਂ, ਜਿਸ ਨੂੰ ਆਪਾਂ CI ਬੋਲਦੇ ਹਾਂ, ਆਪਾਂ ਨੂੰ ਪਹਿਲਾਂ ਟੋਟਲ ਅਮਾਉਂਟ ਕੱਢਣੀ ਪੈਂਦੀ ਹੈ। ਠੀਕ ਹੈ, ਵੀ ਵਿਦ ਵਿਆਜ ਜੋੜ ਕੇ ਕਿੰਨੀ ਬਣੂਗੀ, ਫਿਰ ਉਹਨੂੰ ਮੂਲਧਨ ਦੇ ਵਿੱਚੋਂ ਘਟਾਵਾਂਗੇ ਤਾਂ ਇਹ ਜਿਹੜਾ ਆਪਣਾ CI ਆਊਗਾ। ਸੋ ਟੋਟਲ ਅਮਾਉਂਟ ਮਿਸ਼ਰਤਨ ਜਿਹੜਾ ਹੈਗਾ ਉਹ ਕੱਢਣ ਦਾ ਫਾਰਮੂਲਾ ਹੁੰਦਾ P 1 + r/100 ਦੀ ਪਾਵਰ t। ਪਹਿਲਾਂ ਤਾਂ ਇਹ ਫਾਰਮੂਲਾ ਯਾਦ ਕਰ ਲਓ, ਇਹ ਫਾਰਮੂਲਾ ਵੀ ਪੇਪਰ ਦੇ ਵਿੱਚ ਆਇਆ ਹੋਇਆ ਆਪਾਂ ਨੂੰ। ਠੀਕ ਹੈ, ਡਾਇਰੈਕਟਿਵ ਪਹਿਲਾਂ ਫਾਰਮੂਲਾ ਧਿਆਨ ਦਿਓ ਕਿ ਫਾਰਮੂਲਾ ਕੀ ਹੈ। ਉਹ ਬੜਾ ਸਿੰਪਲ ਸੀ, ਇਹ ਥੋੜਾ ਜਿਹਾ ਕੰਪਲਿਕੇਟਡ ਹੈ। ਆਪਾਂ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਦੇਖੋ, ਮੰਨ ਲਓ, ਦੇਖੋ ਕਿਸੇ ਨੇ 20,000 ਰੁਪਏ ਹੈਗੇ ਨੇ। ₹20,000 ਟੋਟਲ ਮੂਲਧਨ ਹੈ ਜੀ। ਠੀਕ ਹੈ, ਰੇਟ ਦਰ ਕਿੰਨੀ ਮਿਲਦੀ ਪਈ ਹੈ ਉਹਨੂੰ? ਮੰਨ ਲਓ 5% ਹੈ। ਠੀਕ ਹੈ, 5% ਹੈ।
ਤੇ ਉਸ ਤੋਂ ਬਾਅਦ ਸਮਾਂ ਹੈਗਾ 2 ਸਾਲ। 2 ਸਾਲ ਮੈਂ ਲਿਖ ਲਿਆ ਇੱਥੇ। ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਕੰਟੀਨਿਊ ਕਰ ਰਹੇ ਹਾਂ ਆਪਾਂ। ਸਮਾਂ ਹੋ ਗਿਆ 2 ਸਾਲ। ਤਾਂ ਆਪਾਂ ਨੂੰ ਪੁੱਛ ਲਿਆ ਕਿ CI ਕੱਢੋ, ਮਿਸ਼ਰਤ ਵਿਆਜ ਕੱਢੋ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਆਹ ਫਾਰਮੂਲਾ ਅਪਲਾਈ ਕਰੂੰਗਾ। ਇਹ ਤੋਂ ਮੈਂ A ਕੱਢੂੰਗਾ, ਅਮਾਉਂਟ ਕੱਢੂੰਗਾ ਪਹਿਲਾਂ। ਸੋ ਚਲੋ ਸਭ ਤੋਂ ਪਹਿਲਾਂ ਆਪਾਂ ਅਮਾਉਂਟ ਕੱਢਦੇ ਹਾਂ। P ਦਾ ਮੁੱਲ ਕਿੰਨਾ ਆਪਣਾ ਪ੍ਰਿੰਸੀਪਲ ਦਾ? ਇਹ ਹੈਗਾ ਜੀ ਆਪਣਾ 20,000। ਠੀਕ ਹੈ। ਉਸ ਤੋਂ ਬਾਅਦ ਬ੍ਰੈਕਟ ਸ਼ੁਰੂ, ਫਿਰ 1 ਪਲੱਸ R ਮੇਰਾ ਕਿੰਨਾ ਜੀ 5% ਹੈ, ਤਾਂ 5 ਭਰਤਾ, ਬਟਾ 100 ਦੀ ਪਾਵਰ 2। ਉੱਤੇ ਪਾਵਰ ਹੈ ਜੀ, ਪਾਵਰ T 2 ਹੋ ਗਿਆ। ਤਾਂ ਹੁਣ ਇਹਨੂੰ ਕੱਟ ਕੇ ਦੇਖੋ, 5 × 5 ਹੈ ਨਾ, ਤਾਂ 20 5 100 ਹੁੰਦਾ, ਤਾਂ 1/20 ਆ ਜਾਊਗਾ ਇਹ। 1/20 ਅਗਲੇ ਸਟੈਪ 'ਚ ਕਰ ਦਿੰਦਾ ਮੈਂ ਫਟਾਫਟ। ਸੋ 20,000 ਆ ਗਿਆ। ਉਸ ਤੋਂ ਬਾਅਦ 1 + 1/20, 1 + 1/20 ਦੀ ਪਾਵਰ 2। ਆਪਾਂ ਨੂੰ ਪਤਾ ਕਿ ਅਗਰ ਕਿਸੇ ਦੇ ਨੀਚੇ ਕੁਛ ਨਹੀਂ ਤਾਂ ਬਟਾ 1 ਹੁੰਦਾਗਾ। ਠੀਕ ਹੈ। ਹੁਣ ਲਘੁੱਤਮ ਲਓ ਜੀ, ਇੱਥੇ ਕਰ ਦਿੰਨੇ ਆਪਾਂ ਅੱਗੇ। ਸੋ 20,000 ਆਈ ਲਿਖੋਗੇ ਤੁਸੀਂ। ਉਸ ਤੋਂ ਬਾਅਦ ਲਘੁੱਤਮ ਇਹਦਾ ਆ ਜਾਊਗਾ 20। ਠੀਕ ਹੈ। ਤਿਰਛੀ ਗੁਣਾ ਕਰ ਦਿਓ, ਆ ਇੱਥੇ ਚਲਾ ਜਾਓ, ਇੱਥੇ ਚਲਾ ਜਾਓ, ਜਿਵੇਂ ਮਰਜ਼ੀ ਕਰ ਦਿਓ। ਹਾਲਾਂਕਿ ਕਈ ਵਾਰ ਆਪਾਂ ਨੂੰ ਬੜੇ ਧਿਆਨ ਨਾਲ ਕਰਨਾ ਪੈਂਦਾ। ਤਾਂ 20 + 1 ਦੀ ਘਾਤ 2। ਸੋ ਇਹ ਬਰਾਬਰ ਅੱਗੇ ਸਾਡਾ ਕਿੰਨਾ ਬਣ ਗਿਆ ਦੇਖੋ, 20,000। 20,000 ਇਹ ਬਣ ਗਿਆ 20 ਤੇ 21, 21/20 ਦੀ ਘਾਤ 2। ਉਸ ਤੋਂ ਬਾਅਦ 20,000। ਠੀਕ ਹੈ। ਐਂ ਲਿਖੀ ਜਾਣਾ ਤੁਸੀਂ ਪ੍ਰੋਪਰ ਵੇ ਨਾਲ। ਹੁਣ 21/20 ਦੀ ਘਾਤ 2 ਹੈ, ਇਹਦਾ ਮਤਲਬ 21/20 ਨੂੰ ਮੈਂ 2 ਵਾਰ ਲਿਖੂੰਗਾ, 21/20। ਠੀਕ ਹੈ ਜੀ, ਗੁਣਾ 21/20। ਸੋ ਇਸ ਤਰੀਕੇ ਨਾਲ ਮੈਂ ਕੰਟੀਨਿਊ ਕਰਦਾ ਜਾਊਂਗਾ। ਉਸ ਤੋਂ ਬਾਅਦ ਦੇਖੋ, ਜ਼ੀਰੋਆਂ ਨਾਲ ਜ਼ੀਰੋਆਂ ਕੱਟ ਦਿਓ, ਇੱਕ ਜ਼ੀਰੋ ਨਾਲ ਇੱਕ ਜ਼ੀਰੋ, ਦੂਸਰੀ ਨਾਲ ਦੂਸਰੀ ਜ਼ੀਰੋ ਕੱਟੀ ਗਈ। ਹੁਣ ਆਪਾਂ ਥੋੜਾ ਜਿਹਾ ਮਾਰਕਰ ਚੇਂਜ ਕਰ ਲੈਨੇ ਤਾਂ ਕਿ ਤੁਹਾਨੂੰ ਈਜ਼ੀ ਹੋਵੇ ਥੋੜਾ ਸਮਝਣਾ। ਉਸ ਤੋਂ ਬਾਅਦ ਦੇਖੋ 200 ਬਚਿਆ, ਤਾਂ 2 ਨੂੰ ਕੱਟ ਦਿਓ ਜੀ, 100 ਦੂਣਾ 200। ਠੀਕ ਹੈ। ਫਿਰ ਇਹਨੂੰ ਫਿਰ ਕੱਟ ਦਿਓ, 50 50 ਦੂਣੀ 100। ਤਾਂ ਹੁਣ ਮੇਰੇ ਕੋਲ ਇੱਕ ਤਾਂ ਬਚੇ 21 × 21। ਸੋ 21 ਦਾ ਵਰਗ ਹੁੰਦਾ ਜੀ 441। 21 ਦਾ ਵਰਗ ਕਿੰਨਾ ਹੁੰਦਾ 50, ਉੱਤੇ 50 ਬਚਿਆ, 21 × 21 ਹੋ ਗਿਆ 441। ਸੋ ਹੁਣ ਕੁਝ ਨਹੀਂ ਕਰਨਾ ਤੁਸੀਂ, 441 ਨੂੰ 5 ਨਾਲ ਗੁਣਾ ਕਰ ਦਿਓ। 441 ਦੀ ਆਪਾਂ 5 ਨਾਲ ਗੁਣਾ ਕਰ ਦਿੰਨੇ ਆ। ਸੋ 5 × 5, 5 ਚੌਕਾ 20, 2 5 ਚੌਕਾ 20 ਤੇ 2 22। ਸੋ 2205, 2205 ਬਣ ਗਿਆ ਜੀ ਇਹ। ਨਾਲ ਆ ਜ਼ੀਰੋ ਪਈ ਸੀ, ਜ਼ੀਰੋ ਵੀ ਲਾਵਾਂਗੇ। ਸੋ 22,050 ਰੁਪਏ ਬਣ ਗਏ। 22,050 ਰੁਪਏ ਟੋਟਲ ਬਣ ਗਏ ਜੇ ਵਿਆਜ ਆਪਣਾ ਕੰਪਾਊਂਡਡਲੀ ਲੱਗਿਆ, ਹੈ ਨਾ, ਮਤਲਬ ਕੰਪਾਊਂਡ ਇੰਟਰਸਟ ਦੀ ਜੇ ਆਪਾਂ ਗੱਲ ਕਰੀਏ। ਹੁਣ ਟੋਟਲ ਬਣ ਗਏ ਆਪਣੇ 22,050। ਹੁਣ ਕਿੰਨਾ ਵਿਆਜ ਮਿਲਿਆ? ਹੁਣ ਆਪਾਂ ਨੂੰ ਵਿਆਜ ਕੱਢਣਾ ਦੇਖੋ ਈਜ਼ੀ ਹੋ ਗਿਆ। ਵਿਆਜ ਕੱਢਣ ਦਾ ਕੀ ਫਾਰਮੂਲਾ ਹੁੰਦਾ? ਆ ਲਿਖਿਆ ਹੋਇਆ, ਮਿਸ਼ਰਤ ਧਨ ਘਟਾਓ ਮੂਲ ਧਨ। ਆਪਣਾ ਜੋ ਮਿਸ਼ਰਤ ਧਨ ਹੈ ਉਹ ਹੈਗਾ ਸੀ ਜੀ 22,050। ਸੋ 22,050 ਮੈਂ ਇੱਥੇ ਲਿਖੂੰਗਾ। ਉਸ ਤੋਂ ਬਾਅਦ ਆਪਣੇ ਕਿੰਨੇ ਰੁਪਏ ਸੀ ਸਟਾਰਟਿੰਗ ਵਾਲੇ? ਸਟਾਰਟਿੰਗ ਵਾਲੇ ਰੁਪਏ ਸੀ ਆਪਣੇ 20,000। 20,000 ਤਾਂ ਕਿੰਨਾ ਵਿਆਜ ਮਿਲ ਗਿਆ ਜੀ? ਇਹ ਮਿਲ ਗਿਆ ਆਪਾਂ ਨੂੰ, ਘਟਾਓ ਕਰੂੰਗੇ ਨਾ ਤਾਂ 2,050 ਰੁਪਏ ਤੁਹਾਡਾ ਆ ਜਾਊਗਾ, ਕਿ ਇੰਨਾ ਤੁਹਾਡਾ CI ਆ ਗਿਆ, ਮਿਸ਼ਰਤ ਵਿਆਜ ਆ ਕੇ ਲੋ, ਕੰਪਾਊਂਡ ਇੰਟਰਸਟ ਆ ਗਿਆ। ਸੋ ਹੋਪਫੁਲੀ ਇਹ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਸੋ ਇਦਾਂ ਦੇ ਕੁਐਸਚਨ ਆਪਾਂ ਨੂੰ ਹੱਲ ਕਰਨੇ ਪੈਣਗੇ। ਹੁਣ ਆਪਾਂ 3 ਪੇਪਰਾਂ ਦੇ ਵਿੱਚ ਆਏ ਹੋਏ ਜਾਂ ਇੰਪੋਰਟੈਂਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਕੁਐਸਚਨ ਨੰਬਰ 80 ਕਹਿੰਦੇ ਜਦੋਂ ਵਿਆਜ ਸਾਲਾਨਾ ਜੋੜਿਆ ਜਾਂਦਾ ਹੈ ਤਾਂ ਮਿਸ਼ਰਤ ਧਨ ਪਤਾ ਕਰਨ ਲਈ ਸਹੀ ਸੂਤਰ ਚੁਣੋ। ਮਤਲਬ ਉਹੀ ਆ ਗਿਆ ਦੇਖੋ, ਫਾਰਮੂਲਿਆਂ ਦੀ ਆਪਾਂ ਨੂੰ ਪਤਾ ਲੱਗੀ ਜਾਂਦਾ ਹੈਗਾ ਕਿ ਆਪਾਂ ਨੂੰ ਕੀ ਪੁੱਛਿਆ ਗਿਆ ਹੈਗਾ ਕਿ ਮਤਲਬ ਕੰਪਾਊਂਡ ਇੰਟਰਸਟ ਲੱਗ ਰਿਹਾ ਹੈਗਾ। ਠੀਕ ਹੈ, ਸਾਲ ਬਾਏ ਸਾਲ। ਤਾਂ ਉਹਦੇ ਲਈ ਆਪਣਾ ਅਮਾਉਂਟ ਦਾ ਮਿਸ਼ਰਤ ਧਨ ਹੁੰਦਾ ਜੀ A ਅਮਾਉਂਟ। ਉਹਦੇ ਲਈ ਫਾਰਮੂਲਾ ਦੇਖਣਾ, ਆਪਾਂ ਹੁਣੀ ਕਰਕੇ ਹਟੇ ਆ ਫਾਰਮੂਲਾ। ਦੇਖੋ ਧਿਆਨ ਨਾਲ, C ਆਪਸ਼ਨ ਧਿਆਨ ਨਾਲ ਦੇਖੋ। P 1 + R/100 ਦੀ ਪਾਵਰ T, ਇਹ ਆਪਣਾ ਸਹੀ ਆਨਸਰ ਆਊਗਾ। ਬਾਕੀਆਂ ਦੇ ਵਿੱਚ ਕਈਆਂ ਦੇ ਵਿੱਚ R ਪਹਿਲਾਂ ਦੇ ਰੱਖਿਆ, T ਇੱਥੇ ਦੇ ਰੱਖਿਆ। ਠੀਕ ਹੈ ਜੀ, T ਇੱਥੇ ਦੇ ਰੱਖਿਆ। ਪਾਵਰ ਦੇ ਵਿੱਚ ਆਪਾਂ ਨੂੰ ਪਤਾ ਕਿ T ਹੁੰਦਾ ਪਹਿਲਾਂ, P ਹੁੰਦਾ ਵਿਚਾਲੇ, R ਹੁੰਦਾ, R/100 ਹੁੰਦਾ। ਤਾਂ ਕਰਕੇ ਆਪਣਾ C ਇੱਥੇ ਸਹੀ ਆਨਸਰ ਆਏਗਾ। ਕੁਐਸਚਨ ਨੰਬਰ 81 ਸਧਾਰਨ ਵਿਆਜ SI ਅਤੇ ਮਿਸ਼ਰਤ ਵਿਆਜ ਕੰਪਾਊਂਡ ਇੰਟਰਸਟ ਲਈ 1 ਸਾਲ ਤੋਂ ਜ਼ਿਆਦਾ ਸਮੇਂ ਦੀ ਸਥਿਤੀ ਦੇ ਵਿੱਚ ਦੱਸੋ। ਕਹਿੰਦੇ 1 ਸਾਲ ਤੱਕ ਤਾਂ ਜੀ ਸੇਮ ਹੀ ਹੈ, ਜਿੰਨਾ ਤੁਹਾਡਾ SI ਹੈ, ਸਿੰਪਲ ਇੰਟਰਸਟ ਹੈ, ਸਧਾਰਨ ਵਿਆਜ ਹੈ, ਉਨਾ ਹੀ ਤੁਹਾਡਾ ਮਿਸ਼ਰਤ ਵਿਆਜ ਰਹੇਗਾ। ਪਰ ਜਦੋਂ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, 2 ਸਾਲ ਹੋ ਗਏ, 3 ਸਾਲ ਹੋ ਗਏ, ਉਸ ਕੇਸ ਦੇ ਵਿੱਚ ਕੀ ਹੈ, ਤਾਂ ਆਪਾਂ ਨੂੰ ਪਤਾ ਹੈ ਕਿ ਉਸ ਕੇਸ ਦੇ ਵਿੱਚ ਕੰਪਾਊਂਡਿੰਗ ਦੀ ਪਾਵਰ ਆ ਜਾਂਦੀ ਹੈ ਜੀ, ਕਿ ਜਦੋਂ ਵਿਆਜ ਤੇ ਵਿਆਜ ਲੱਗਦਾ ਹੈ ਨਾ, ਕਿਉਂਕਿ ਸਧਾਰਨ ਵਿਆਜ ਤੇ ਜਾਂ ਕਹ ਲਓ ਵਿਆਜ ਤੇ ਵਿਆਜ ਲੱਗੂਗਾ ਤਾਂ ਕਿਹਦਾ ਮੁੱਲ ਜ਼ਿਆਦਾ ਹੋਊਗਾ? ਮਿਸ਼ਰਤ ਵਿਆਜ ਦਾ ਮੁੱਲ ਜ਼ਿਆਦਾ ਹੋ ਜਾਊਗਾ। ਕਿਹਦੇ ਨਾਲੋਂ? SI ਨਾਲੋਂ, ਸਿੰਪਲ ਵਿਆਜ ਨਾਲੋਂ, ਸਧਾਰਨ ਵਿਆਜ ਨਾਲੋਂ। ਤਾਂ ਹੁਣ ਦੇਖ ਲਓ ਕਿੱਥੇ ਲਿਖਿਆ ਹੋਇਆ B ਆਪਸ਼ਨ ਦੇਖੋ, CI
ਕੰਪਾਊਂਡ ਇੰਟਰਸਟ ਗ੍ਰੇਟਰ ਦੈਨ ਵੱਧ ਬਣੂਗਾ ਜੀ 1 ਸਾਲ ਤੋਂ ਬਾਅਦ ਲਈ ਕਿਹਦੇ ਨਾਲੋਂ SI ਤੋਂ, ਤਾਂ ਕਰਕੇ ਆਪਣਾ ਸਹੀ ਆਪਸ਼ਨ ਕੀ ਆਊਗਾ, ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ ਫॉर ਦਿਸ ਪਾਰਟਿਕੂਲਰ ਕੁਐਸਚਨ। ਹਾਂਜੀ ਇੱਕ ਲਾਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 82 ਆਪਣਾ 2023 ਦੇ ਵਿੱਚ ਪੇਪਰ 1 ਦਾ ਕੁਐਸਚਨ ਹੈ ਜੀ। ਸੋ 2023 ਦਾ ਚਾਹੇ ਤੁਸੀਂ EVS ਚੱਕ ਕੇ ਦੇਖ ਲਓ, ਚਾਹੇ ਤੁਸੀਂ ਮੈਥ ਚੱਕ ਕੇ ਦੇਖ ਲਓ, ਕਾਫੀ ਡਿਫਿਕਲਟ ਕੁਐਸਚਨ ਆਏ ਸੀ। ਸੋ ਅਗਰ ਕੋਈ ਸੋਚ ਰਿਹਾ ਕਿ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਸਾਨੂੰ ਨਹੀਂ ਆਉਂਦਾ, ਠੀਕ ਹੈ, ਜਾਂ ਪੇਪਰ 2 ਵਾਲਿਆਂ ਨੂੰ ਆਊਗਾ, ਤਾਂ ਮੇਰੇ ਖਿਆਲ ਨਾਲ ਇਹ ਤੁਹਾਡੀ ਭੁੱਲ ਹੋ ਸਕਦੀ ਹੈ, ਕਿਉਂਕਿ ਇਦਾਂ ਦੇ ਕੁਐਸਚਨ ਆਪਾਂ ਨੂੰ ਬਣੇ ਹੋਏ ਨੇ। ਦੋ ਤਾਂ ਮੈਂ ਮੋਸਟ ਟਫ ਤੁਹਾਨੂੰ ਕੁਐਸਚਨ ਦਿਖਾ ਵੀ ਦਿੱਤੇ, ਇੱਕ ਪਹਿਲਾਂ ਸੀ K ਵਾਲਾ ਕੁਐਸਚਨ ਹੈ, ਇਹਨੂੰ ਧਿਆਨ ਨਾਲ ਦੇਖੋ, ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ। ਸੋ ਕਮਲਾ ਆਪਾਂ ਸਿੱਧੇ ਪੰਜਾਬੀ ਤੋਂ ਸਟਾਰਟ ਕਰ ਦਿੰਦੇ ਹਾਂ। ਕਮਲਾ ਜੀ ਕਿਸੇ ਦਾ ਨਾਮ ਨੇ 15% ਪਰ ਐਨੂਅਮ ਸਾਲਾਨਾ ਮਿਸ਼ਰਤ ਕੰਪਾਊਂਡ ਲਿਖਿਆ ਇੱਥੇ ਦੀ ਦਰ ਨਾਲ ਸਕੂਟਰ ਖਰੀਦਣ ਲਈ ਇੱਕ ਬੈਂਕ ਤੋਂ 26,400 ਰੁਪਏ ਉਧਾਰ ਲਏ। ਮਤਲਬ ਉਹਨੇ ਮੂਲਧਨ ਕਿੰਨਾ ਹੋ ਗਿਆ, ਮੂਲਧਨ ਹੋ ਗਿਆ ਜੀ ਮੇਰਾ 26,400 ਰੁਪਏ, ਜਿੰਨੇ ਉਹਨੇ ਉਧਾਰ ਲਏ, ਠੀਕ ਹੈ, ਸਕੂਟਰ ਖਰੀਦਣ ਲਈ। ਹਾਲਾਂਕਿ ਅੱਜ ਕੱਲ ਤਾਂ ਸਕੂਟਰੀਆਂ ਮੋਟਰਸਾਈਕਲ ਇੰਨੇ ਕੁ ਤਾਂ ਆਉਂਦੀ ਨਹੀਂ ਹੈਗੀ, ਹਨਾ, ਹੋ ਸਕਦਾ ਉਹਦੇ ਕੋਲ ਖੁਦ ਰੁਪਏ ਹੋਣ ਇੰਨੇ ਕੁ। ਸੋ P ਹੋ ਗਿਆ 26,400 ਰੁਪਏ। ਕਿੰਨਾ ਦੇਖੋ, ਵਿਆਜ ਦੇਖੋ ਕਿੰਨਾ ਜ਼ਿਆਦਾ ਹੈ, ਕਿੰਨਾ ਲੱਗਿਆ ਜੀ 15%। ਦਰ ਕਿੰਨੀ ਲੱਗੀ ਹੈ, ਰੇਟ ਕਿੰਨੀ ਲੱਗੀ ਹੈ 15%। ਕਿੰਨੇ ਸਾਲ ਲਈ ਦੇਖੋ, ਇੱਥੇ ਫੇਰ ਉਹਨਾਂ ਨੇ ਟਾਈਮ ਦੇ ਵਿੱਚ ਹੀ ਹਮੇਸ਼ਾ ਗੜਬੜ ਕਰਦੇ ਆ ਇਹ, ਕਹਿੰਦੇ 2 ਸਾਲ 4 ਮਹੀਨਿਆਂ ਲਈ ਉਹਨੇ ਰੁਪਏ ਲਏ ਨੇ, ਤੇ ਜਦੋਂ 2 ਸਾਲ 4 ਮਹੀਨਿਆਂ ਬਾਅਦ ਉਹ ਰੁਪਏ ਵਾਪਸ ਕਰੂਗੀ ਤਾਂ ਉਹਨੂੰ ਕਿੰਨੇ ਰੁਪਏ ਵਾਪਸ ਕਰਨੇ ਪੈਣਗੇ। ਹੁਣ ਆਪਾਂ ਨੂੰ ਇਹ ਤਾਂ ਪਤਾ ਹੈ ਕਿ 26,400 ਤਾਂ ਨਹੀਂ ਕਰੂਗੀ, ਉਸ ਤੋਂ ਵੱਧ ਹੀ ਕਰੂਗੀ, ਠੀਕ ਹੈ। ਹੁਣ ਵੱਧ ਕਿੰਨੇ ਨੇ ਉਹ ਆਪਾਂ ਦੇਖਣੇ ਆ। ਸੋ ਸਮਾਂ ਇੱਥੇ T ਕਿੰਨਾ ਜੀ, T ਹੋ ਗਿਆ ਆਪਣਾ 2 ਸਾਲ 4 ਮਹੀਨੇ, 2 ਸਾਲ 4 ਮਹੀਨੇ। ਸੋ ਦੋਨੀ ਗੱਲਾਂ ਜੀ ਆ ਗਈਆਂ ਇਹਦੇ ਵਿੱਚ, ਧਿਆਨ ਨਾਲ ਅਗਰ ਆਪਾਂ ਨੋਟ ਕਰੀਏ। ਸੋ ਮਹੀਨੇ ਵੀ ਆ ਗਏ, ਸਾਲ ਵੀ ਆ ਗਏ। ਸੋ ਇਹਦਾ ਦੇਖੋ ਇੱਕ ਸਿੰਪਲ ਜਿਹਾ ਤਰੀਕਾ ਹੈਗਾ ਇਸ ਕੁਐਸਚਨ ਨੂੰ ਕਰਨ ਦਾ, ਕਿ ਪਹਿਲਾਂ ਜਿਹੜੇ ਆਹ ਵਾਲੇ 4 ਮਹੀਨੇ ਆ ਨਾ, ਇਹਨੂੰ ਛੱਡ ਦਿਓ, ਪਹਿਲਾਂ ਸਿੰਪਲ 2 ਸਾਲ ਲਈ ਦੇਖ ਲਓ, ਪਹਿਲਾਂ ਸਿੰਪਲ 2 ਸਾਲ ਲਈ, ਕਿਉਂਕਿ ਕੰਪਾਊਂਡ ਲਿਖਿਆ ਮਿਸ਼ਰਤ ਲਿਖਿਆ, ਤਾਂ ਕਰਕੇ ਤੁਹਾਨੂੰ ਕਿਹੜਾ ਕੰਪਾਊਂਡ ਇੰਟਰਸਟ ਦੇ ਹਿਸਾਬ ਨਾਲ ਦੇਖਣਾ ਪਊਗਾ। ਸੋ ਅਮਾਉਂਟ ਕੱਢਣ ਲਈ ਵੀ ਕਿੰਨੀ ਰੁਪਈਆ ਬਣੂਗਾ, 26,400 ਦਾ 2 ਸਾਲ ਬਾਅਦ ਕਿੰਨਾ ਬਣ ਜਾਊਗਾ, ਠੀਕ ਹੈ। ਉਹਦੇ ਲਈ ਤੁਹਾਨੂੰ ਇਹ ਵਾਲਾ ਫਾਰਮੂਲਾ ਲਾਉਣਾ ਪਊਗਾ ਜਿਹੜਾ ਕਿ ਮੈਂ ਪਹਿਲਾਂ ਲਿਖਿਆ ਸੀ, A = P 1 + R/100 ਦੀ ਪਾਵਰ T, ਠੀਕ ਹੈ, ਫਾਰਮੂਲਾ ਲਾਵਾਂਗੇ। ਸੋ P ਕਿੰਨਾ ਜੀ 26,400, P ਹੈਗਾ 26,400, ਫਿਰ 1 ਪਲੱਸ ਰੇਟ ਕਿੰਨੀ ਹੈ ਜੀ 15, ਠੀਕ ਹੈ, ਬਟਾ 100। ਉਸ ਤੋਂ ਬਾਅਦ ਟਾਈਮ ਕਿੰਨਾ ਹੈਗਾ, ਟਾਈਮ ਆਪਾਂ ਕਿਹੜਾ 2 ਸਾਲ ਲਈ ਕੱਢ ਲੈਂਦੇ ਹਾਂ, ਕਿਉਂਕਿ 4 ਮਹੀਨੇ ਦਾ ਉੱਪਰਲਾ ਬਾਅਦ ਦੇ ਵਿੱਚ ਕੱਢ ਲਾਂਗੇ, ਪਹਿਲਾਂ 2 ਸਾਲ ਦਾ ਕੱਢ ਲੈਂਦੇ ਹਾਂ। ਸੋ ਪਹਿਲਾਂ ਦੀ ਤਰ੍ਹਾਂ ਹੀ ਆਪਾਂ ਇਸ ਸਵਾਲ ਨੂੰ ਸੋਲਵ ਕਰ ਲੈਂਦੇ ਹਾਂ ਜਿਵੇਂ ਪਿਛਲਾ ਕੀਤਾ ਸੀ। ਸੋ 26,400 ਬਣ ਗਿਆ ਜੀ, ਠੀਕ ਹੈ। ਇੱਥੇ ਤੁਸੀਂ ਦੇਖੋ ਕੁਝ ਨਹੀਂ ਲਿਖਿਆ ਤਾਂ ਬਟਾ 1 ਪਾ ਲਓ ਆਪਦੇ ਆਪ, ਤਾਂ ਲਘੁੱਤਮ ਦੇਖੋ 100 ਆ ਗਿਆ, ਠੀਕ ਹੈ। ਫਿਰ ਆ 100 ਨੂੰ ਇੱਧਰ ਗੁਣਾ ਕਰ ਦਿਓ, 1 ਨੂੰ ਇੱਧਰ ਗੁਣਾ ਕਰ ਦਿਓ ਇਸ ਤਰੀਕੇ ਨਾਲ। ਸੋ ਬਿਲਕੁਲ ਸਿੰਪਲ ਤਰੀਕਾ ਦੱਸ ਰਿਹਾ ਮੈਂ, 100 + 15 ਹੋ ਗਿਆ, ਠੀਕ ਹੈ। ਉੱਤੇ ਘਾਤ 2, ਜਿਵੇਂ ਆਪਾਂ ਪਹਿਲਾਂ ਸਵਾਲ ਕਰਕੇ ਆਏ ਆ, ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਉਹਦੇ ਵਰਗੀ ਹੈ। ਸੋ 26,400, ਉਸ ਤੋਂ ਬਾਅਦ ਦੇਖੋ ਕਿੰਨਾ ਬਣ ਗਿਆ, 115 ਬਣ ਗਿਆ ਜੀ। 100 ਤੇ 15 115 ਬਟਾ 100 ਦੀ ਘਾਤ 2। ਸੋ ਇੱਧਰ ਲਿਖ ਦਿੰਦਾ ਮੈਂ ਥੋੜਾ ਜਿਹਾ ਚੇਂਜ ਕਰਕੇ। ਸੋ ਬਰਾਬਰ 26,400 ਤਾਂ ਆਪਣਾ ਹੈਗਾ 26,400 ਹੈ ਆਪਣਾ। ਉਸ ਤੋਂ ਬਾਅਦ 115 ਬਟਾ 100 ਦੀ ਘਾਤ 2 ਹੈ, ਇਹਦਾ ਮਤਲਬ 115 ਬਟਾ 100 ਨੂੰ ਮੈਨੂੰ ਕਿੰਨੇ ਵਾਰ ਲਿਖਣਾ ਪੈਣਾ, 2 ਵਾਰ। ਦੇਖੋ ਮੈਨੂੰ ਨਹੀਂ ਲੱਗਦਾ ਕਿ ਇੰਨੀ ਲੰਬੀ ਕੈਲਕੂਲੇਸ਼ਨ ਵਾਲੇ ਸਵਾਲ ਇਹਨਾਂ ਨੂੰ ਪੇਪਰ 'ਚ ਪਾਉਣੇ ਚਾਹੀਦੇ ਆ, ਬਟ ਪਾ ਰਹੇ ਆ ਜੇ ਤਾਂ ਫਿਰ ਆਪਾਂ ਨੂੰ ਕਰਨੇ ਪੈਣਗੇ। ਦੇਖੋ ਹੁਣ ਗੁਣਾ ਕਰਕੇ ਕਿੰਨੀ ਜ਼ਿਆਦਾ ਲੰਬੀ ਕੈਲਕੂਲੇਸ਼ਨ ਹੋ ਜੂਗੀ। ਪਹਿਲਾਂ 115 ਨੂੰ 115 ਨਾਲ ਕਰਕੇ ਦੇਖ ਲਓ ਜੀ, ਠੀਕ ਹੈ, ਤਾਂ ਉਹ ਜਦੋਂ ਆਪਣੇ ਆਪ ਕਰੋਗੇ ਨਾ 13,225 ਬਣ ਜਾਊਗਾ। ਸੋ 264 ਨੂੰ ਮੈਂ ਐਂ ਲਿਖ ਲੈਣਾ, ਜਦੋਂ 115 ਨੂੰ 115 ਨਾਲ ਗੁਣਾ ਕੀਤੀ ਤਾਂ 13,225 ਆ ਗਿਆ, ਠੀਕ ਹੈ। ਇਹਨਾਂ ਕੁਐਸਚਨਾਂ ਦਾ ਕੋਈ ਬਾਹਲਾ ਸ਼ਾਰਟਕਟ ਵੀ ਨਹੀਂ ਹੁੰਦਾ। ਫਿਰ 13,225 ਨੂੰ 264 ਨਾਲ ਗੁਣਾ ਕਰੋਗੇ ਤਾਂ ਤੁਹਾਡਾ ਬਣ ਜਾਏਗਾ ਜੀ ਇਹ 3491400 400। ਦੇਖੋ ਇੱਕ ਚੀਜ਼ ਇੱਥੇ ਧਿਆਨ ਨਾਲ ਨੋਟ ਕਰੋ ਕਿ ਬਟਾ 100 ਵੀ ਹੈਗਾ। ਦੇਖੋ ਆਲਾ 100 ਜਿਹੜਾ ਆਲਾ 100 ਹੈ ਨਾ, ਇੱਕ ਪਿਆ 100 ਥੱਲੇ, ਸੋ ਬਟਾ 100 ਹੈਗਾ, ਇਹਦੇ ਬਟਾ ਵੀ 100 ਆ ਜਾਊਗਾ ਜੀ। ਸੋ ਹੁਣ ਦੇਖੋ ਆ ਜ਼ੀਰੋ ਨਾਲ ਜ਼ੀਰੋਆਂ ਕੱਢ ਦਿਓ, ਹੁਣ ਤੁਹਾਡੇ ਕੋਲ ਕਿੰਨਾ ਬਚ ਗਿਆ, 34,914 ਰੁਪਏ ਬਣ ਗਏ। ਸੋ 2 ਸਾਲ ਬਾਅਦ, ਠੀਕ ਹੈ, ਮਿਸ਼ਰਤ ਦਰ ਦੇ ਨਾਲ 26,400 ਦੇ ਕਿੰਨੇ ਬਣ ਗਏ ਜੀ, 34,914 ਰੁਪਏ ਬਣ ਗਏ। ਪਰ ਹਜੇ ਵੀ ਇਹ ਕੁਐਸਚਨ ਆਪਣਾ ਹੱਲ ਨਹੀਂ ਹੋਇਆ, ਹਜੇ ਵੀ ਇਹ ਕੁਐਸਚਨ ਹੱਲ ਨਹੀਂ ਹੋਇਆ। ਪਰ ਇੱਥੋਂ ਤੁਹਾਨੂੰ ਇੱਕ ਗੱਲ ਪਤਾ ਲੱਗ ਗਈ ਹੋਣੀ ਆ
कि अपना जिहड़ा आंसर है देखो 34,914 तो ਵੱਧ ਆਊਗਾ, 34,914 ਤੋਂ ਘੱਟ ਨਹੀਂ ਆਉਂਦਾ। ਕਾਰਨ ਕੀ ਹੈ ਜੀ? ਕਾਰਨ ਇਹ ਹੈ ਕਿ ਹਜੇ ਸਾਡੇ ਉੱਪਰਲੇ 4 ਮਹੀਨੇ ਵੀ ਪਏ ਨੇ, ਹਜੇ ਅਸੀਂ ਉੱਪਰਲੇ 4 ਮਹੀਨਿਆਂ ਨੂੰ ਵੀ ਸੋਲਵ ਕਰਨਾਗਾ, ਉਹਨਾਂ ਵਾਲੀ ਕੈਲਕੂਲੇਸ਼ਨ ਵੀ ਸਾਡੀ ਪੈਂਡਿੰਗ ਹੈ। ਸੋ ਦੇਖੋ ਦੋ ਆਪਸ਼ਨ ਤਾਂ ਡਾਇਰੈਕਟ ਹੀ ਨੈਗਲੈਕਟ ਹੋ ਗਏ। ਪਹਿਲਾ ਆਪਸ਼ਨ ਮੇਰਾ ਨਹੀਂ ਆ ਸਕਦਾ ਇਹਨਾਂ ਸਵਾਲ ਕਰਨ ਤੋਂ ਬਾਅਦ, ਆਪਾਂ ਨੂੰ ਪਤਾ ਲੱਗ ਗਿਆ, ਕਿਉਂਕਿ ਉਹਦੇ ਵਿੱਚ 31,000 ਕੁਝ ਬਣਦਾ ਹੈਗਾ। ਉਸ ਤੋਂ ਬਾਅਦ ਮੇਰਾ ਡੀ ਨਹੀਂ ਆ ਸਕਦਾ। ਸੋ ਦੋ ਆਪਸ਼ਨ ਬਚੇ ਮੇਰੇ ਕੋਲ, ਬੀ ਤੇ ਸੀ। ਸੋ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਉਹ ਆਪਣਾ ਸਹੀ ਆਂਸਰ ਹੋਏਗਾ। ਸੋ ਹੁਣ 4 ਮਹੀਨੇ ਦਾ ਦੇਖੋ ਕੀ ਹੈ। ਹੁਣ ਆਪਾਂ ਨਾ ਇਹਨੂੰ ਮੂਲਧਨ ਲੈ ਲਓ ਜੀ, ਸਿੰਪਲ ਜੀ ਗੱਲ ਹੈ। ਜੋ 34,914 ਬਣਿਆ ਨਾ, ਇਸੇ ਨਹੀਂ ਮੂਲਧਨ ਲੈ ਲਓ, ਪੀ ਲੈ ਲਓ ਤੇ ਸਿੰਪਲ ਵਿਆਜ ਕੱਢ ਲਓ ਬਸ, ਠੀਕ ਹੈ। ਜ਼ਿਆਦਾ ਕੰਪਲਿਕੇਟਡ ਨਾ ਕਰੋ। ਹੁਣ 4 ਮਹੀਨੇ ਦਾ ਆਪਾਂ ਸਿੰਪਲ ਵਿਆਜ ਕੱਢ ਲੈਂਦੇ ਹਾਂ। ਸਿੰਪਲ ਵਿਆਜ ਦਾ ਫਾਰਮੂਲਾ ਹੁੰਦਾ ਹੈ ਪੀ ਗੁਣਾ ਆਰ ਗੁਣਾ ਟੀ ਬਟਾ 100, ਕਿਉਂਕਿ 1 ਸਾਲ ਦੇ ਵਿੱਚ ਆਪਾਂ ਕੱਢ ਸਕਦੇ ਹਾਂ। ਹੁਣ ਆਪਾਂ 34,914 ਲੈ ਲਿਆ ਮੂਲਧਨ ਅਗਲੇ 4 ਮਹੀਨਿਆਂ ਲਈ। ਰੇਟ ਉਹੀ ਹੈ ਜੀ 15 ਗੀ, ਠੀਕ ਹੈ। ਸਮਾਂ ਦੇਖੋ ਹੁਣ, ਸਮਾਂ ਕਿੰਨੇ ਮਹੀਨੇ ਹੈ ਇੱਥੇ? ਇਸ ਕੇਸ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ 4 ਮਹੀਨੇ, ਠੀਕ ਹੈ। ਹਾਂਜੀ, ਜੋ 4 ਮਹੀਨੇ ਆ ਹੁਣ ਉਹਨੂੰ ਸਾਲ 'ਚ ਬਦਲੋ। ਦੇਖੋ ਜਦੋਂ ਵੀ ਆਪਾਂ ਸਾਲ ਬਣਾਉਣੇ ਆ ਨਾ, ਤਾਂ 4/12 ਕਰ ਦਿਓ, ਕਿਉਂਕਿ 1 ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ। ਸੋ ਜਿੰਨੇ ਮਹੀਨੇ ਦਿੱਤੇ ਹੋਣ ਉਹ 1 ਸਾਲ ਦੇ ਵਿੱਚ ਜਿੰਨੇ ਹੁਣ ਉਹਦੇ ਨਾਲ ਭਾਗ ਕਰ ਦਿਓ। 4 ਤੀਆ 12 ਬਣ ਗਿਆ, 4 ਏਕਮ 4, 4 ਤੀਆ 12। ਸੋ ਸਾਲ ਦੇ ਵਿੱਚ ਅਗਰ ਮੈਂ ਲਿਖਣਾ ਹੋਵੇ ਤਾਂ 1/3 ਆ ਜਾਊਗਾ, ਕਿਉਂਕਿ ਇੱਥੇ ਆਪਾਂ ਸਮਾਂ ਸਾਲ ਦੇ ਵਿੱਚ ਲਿਖਦੇ ਹਾਂ, ਤਾਂ ਟੀ ਦਾ ਮੁੱਲ ਆਪਾਂ ਭਰਾਂਗੇ 1/3। ਸੋ ਬਟਾ 100 ਵੀ ਹੈਗਾ ਜੀ ਸਾਰੇ ਦੇ, ਤਾਂ ਬਟਾ 100 ਵੀ ਆ ਗਿਆ। ਇਹਦਾ ਮਤਲਬ 3 ਤੇ 100 ਥੱਲੇ ਆ ਗਏ, ਠੀਕ ਹੈ। 100 ਤਾਂ ਆਉਣੀ ਆਉਣਾ ਸੀ ਫਾਰਮੂਲੇ ਦੇ ਮੁਤਾਬਕ, 3 ਵੀ ਆ ਗਿਆ ਥੱਲੇ, ਉਹ ਹਰ ਬਣ ਗਿਆ। ਹੁਣ ਕੱਟੋ ਜੋ ਕੱਟਿਆ ਜਾਂਦਾ, ਦੇਖੋ 5 ਤੀਏ 15, 5 ਤੀਏ 15 ਮੈਂ ਇਦਾਂ ਕੈਂਸਲ ਕਰਤਾ। ਹੁਣ 34,914 ਨੂੰ ਤੁਸੀਂ ਕੰਮ ਕਰੋ, 34,914 ਨੂੰ ਤੁਸੀਂ 5 ਨਾਲ ਗੁਣਾ ਕਰ ਦਿਓ। ਤਾਂ 5 ਨਾਲ ਜਦੋਂ ਆਪਣੇ ਆਪ ਗੁਣਾ ਕਰਕੇ ਦੇਖੋਗੇ ਇਹ ਤੁਹਾਡਾ ਬਣ ਜਾਊਗਾ 17, ਠੀਕ ਹੈ। ਮਲਟੀਪਲਾਈ ਦੇਖੋ ਨਹੀਂ ਫਿਰ ਕਾਫੀ ਲੰਬਾ ਕੰਮ ਹੋ ਜਾਊਗਾ, 174,570, ਤਾਂ ਤੁਹਾਡਾ ਇੰਨਾ ਆਨਸਰ ਆ ਜਾਏਗਾ ਮਲਟੀਪਲਾਈ ਕਰਨ ਤੋਂ ਬਾਅਦ। ਬਟਾ ਦੇਖੋ 100 ਹੈਗਾ ਆਪਣੇ ਕੋਲੇ, ਤਾਂ ਇੱਕ ਜ਼ੀਰੋ ਨਾਲ ਜ਼ੀਰੋ ਕੱਟ ਦਿਓ, ਤਾਂ ਥੱਲੇ 10 ਹੈਗਾ ਨਾ, ਇਹਦਾ ਮਤਲਬ 10 ਦੇ ਨਾਲ ਇੱਕ ਜ਼ੀਰੋ ਹੈ, ਇੱਕ ਦੇ ਨਾਲ, ਤਾਂ ਪਿੱਛੋਂ ਇੱਕ ਜਿਹੜਾ ਹੈਗਾ ਡਿਜਿਟ ਛੱਡ ਕੇ, ਅੰਕ ਛੱਡ ਕੇ ਪੁਆਇੰਟ ਲਾ ਦਿਓ। ਇਹ ਤੁਹਾਡਾ ਬਣ ਜਾਊਗਾ ਜੀ 1745, 1745.7, 1745.7 ਰੁਪਏ, ਠੀਕ ਹੈ। ਮਤਲਬ 4 ਮਹੀਨਿਆਂ ਦੇ ਲਈ ਕਿੰਨਾ ਬਣ ਗਿਆ? ਸਿੰਪਲ ਵਿਆਜ, ਸਧਾਰਨ ਵਿਆਜ ਕਿੰਨਾ ਬਣ ਗਿਆ? 1745.7 ਰੁਪਏ, ਠੀਕ ਹੈ। ਇੰਨਾ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਆਪਾਂ ਥੋੜਾ ਜਿਹਾ ਦੇਖੋ ਇੱਥੇ ਰੇਜ਼ ਕਰ ਲੈਂਦੇ ਆ, ਅਦਰਵਾਈਜ਼ ਅਗਲਾ ਜਿਹੜਾ ਹੈਗਾ ਤੁਹਾਨੂੰ ਲਿਖਣ 'ਚ ਜਾਂ ਸਮਝਣ 'ਚ ਥੋੜੀ ਜਿਹੀ ਦਿੱਕਤ ਆਊਗੀ। ਦੇਖੋ ਇੰਨੇ ਲੰਬੇ ਲੰਬੇ ਸਵਾਲ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਪੇਪਰ 'ਚ ਪਾਉਣੇ ਚਾਹੀਦੇ ਆ। ਹਾਂ, ਜੇ ਕਿਸੇ ਕੋਲ ਇੰਨਾ ਟਾਈਮ ਹੋਵੇ, ਦੇਖੋ ਇੱਕ ਸਵਾਲ ਤੇ ਹੀ 10 ਮਿੰਟ ਲੱਗ ਸਕਦੇ ਆ ਮੇਰੇ ਅਕੋਰਡਿੰਗ ਤਾਂ। ਪਰ ਜੋ ਪਹਿਲਾਂ ਵਾਲੇ ਸਵਾਲ ਸੀ, ਜਿਵੇਂ ਫਾਰਮੂਲੇ ਡਾਇਰੈਕਟ ਆ ਗਏ ਪੇਪਰ ਦੇ ਵਿੱਚ, ਠੀਕ ਹੈ, ਜਾਂ CI ਜਾਂ ਉਹਦੇ ਵਿੱਚ ਆਪਾਂ ਦੇਖਿਆ ਸੀ ਵੀ ਕਿਹੜਾ ਵੱਡਾ ਕਿਹੜਾ ਛੋਟਾ ਹੈ ਨਾ, ਇਦਾਂ ਦੇ ਸਵਾਲ ਤਾਂ ਦੇਖੋ ਪੇਪਰ 'ਚ ਪਾ ਸਕਦੇ ਨੇ। ਪਰ ਮੇਰੇ ਅਕੋਰਡਿੰਗ ਜਿਹੜੇ ਇਹ ਸਵਾਲ ਹੈ, ਇਸ ਤਰੀਕੇ ਦੇ ਸਵਾਲ, ਇਹਦੇ ਲਈ ਅਗਰ ਤੁਹਾਡੇ ਕੋਲ ਟਾਈਮ ਵੀ ਬਹੁਤ ਜ਼ਿਆਦਾ ਹੋਣਾ ਚਾਹੀਦਾ ਜੀ ਇਹਨਾਂ ਸਵਾਲਾਂ ਨੂੰ ਕਰਨ ਦੇ ਲਈ। ਸੋ ਦੇਖੋ ਇੰਨਾ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਆਪਾਂ ਕਰਦੇ ਹਾਂ ਕਿ ਕੁੱਲ ਰੁਪਏ ਕਿੰਨੇ ਬਣ ਗਏ। ਸੋ ਆਪਣੇ ਕੋਲੇ ਕਿੰਨੇ ਸੀਗੇ ਕੁੱਲ ਰੁਪਏ? ਆਪਣੇ ਕੋਲੇ ਪ੍ਰਿੰਸੀਪਲ ਆਪਾਂ ਲਿਆ 34,914, ਠੀਕ ਹੈ। ਹੁਣ ਆਪਾਂ ਕੁੱਲ ਅਮਾਉਂਟ ਕੱਢਣੀ ਹੈ 2 ਸਾਲ 4 ਮਹੀਨਿਆਂ ਬਾਅਦ। ਇਹਦੇ ਵਿੱਚ ਆ 1745.7 ਜੋੜ ਦਿਓ, 1745.7 ਜੋੜ ਦਿਓ, ਤਾਂ ਇਹ ਆਪਣਾ ਟੋਟਲ ਬਣ ਜਾਊਗਾ ਜੀ 36,659.7, 36,659.7 ਰੁਪਏ। ਤਾਂ ਦੇਖ ਲਓ ਕਿੱਥੇ ਇਹ ਆਪਣਾ ਸੀ ਆਂਸਰ ਇੱਥੇ ਸਹੀ ਹੈ। ਦੇਖੋ ਇੱਥੇ ਮੈਂ ਛੋਟੀ ਜਿਹੀ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਮੈਥ ਦੀਆਂ ਆਪਾਂ 14 ਕਲਾਸਾਂ ਕਰ ਲਈਆਂ, ਤੇ ਇਸ ਤਰ੍ਹਾਂ ਦੇ ਸਵਾਲ ਆਪਾਂ ਨੂੰ ਵੀ ਪਤਾ ਕਿ ਸ਼ਾਇਦ ਪੇਪਰ 1 ਦੇ ਲੈਵਲ ਦੇ ਨਹੀਂ ਹੈਗੇ। ਮੈਂ ਤਾਂ ਇਹ ਮੰਨੂਗਾ ਪੇਪਰ 2 ਦੇ ਲੈਵਲ ਦੇ ਵੀ ਨਹੀਂ ਹੈਗੇ, ਕਿਉਂਕਿ ਪੂਰਾ ਕੱਢਣਾ ਪੈਂਦਾ ਕਾਫੀ, ਜਾਂ ਕੈਲਕੂਲੇਸ਼ਨ ਈਜ਼ੀ ਹੋਵੇ ਫਿਰ ਵੀ ਅਸੀਂ ਮੰਨ ਲੈਂਦੇ। 2 ਸਵਾਲ ਮੈਂ ਤੁਹਾਨੂੰ ਦੱਸੇ ਨੇ, ਟਾਈਮਾਂ ਦੇ ਵਿੱਚ ਕਾਫੀ ਉਹ ਚੇਂਜ ਕਰਦੇ ਨੇ। ਸੋ ਉੱਥੇ ਆਪਣੇ ਕੋਲੇ ਇੱਕ ਸਵਾਲ ਨੂੰ 1 ਮਿੰਟ ਹੁੰਦਾ ਹੈ ਨਾ, ਇੰਨਾ ਟਾਈਮ ਬਹੁਤ ਔਖੀ ਗੱਲ ਹੈ। ਪਰ ਦੇਖੋ ਇਹ ਲੈਵਲ ਹੈ। ਹੁਣ ਇੱਥੋਂ ਇੱਕ ਗੱਲ ਪ੍ਰੂਫ ਹੋ ਰਹੀ ਹੈ, ਚਾਹੇ ਤੁਸੀਂ EVS ਦਾ ਪੇਪਰ ਦੇਖਿਆ ਪਿਛਲਾ ਜਾਂ ਉਸ ਤੋਂ ਥੋੜਾ ਜਿਹਾ ਪਿਛਲਾ, ਇੱਥੋਂ ਇੱਕ ਗੱਲ ਪ੍ਰੂਫ ਹੋ ਰਹੀ ਹੈ ਕਿ ਪੇਪਰ ਹੋਣ ਵਾਲਾ ਤੁਹਾਡਾ ਜੀ ਟਫ ਹੀ ਆਉਣ ਵਾਲਾ ਗਾ, ਔਖਾ ਪੇਪਰ ਆਉਣ ਵਾਲਾ ਗਾ। ਕਿਉਂਕਿ ਬਹੁਤੇ ਸਟੂਡੈਂਟ ਹੁੰਦੇ ਨੇ ਉਹ CDP ਵੀ ਨਹੀਂ ਕਰਕੇ ਜਾਂਦੇ, ਉਧਰੋਂ EVS ਤੁਹਾਡੀ ਟਫ ਆ ਗਈ ਹੈ ਨਾ, ਉਧਰੋਂ ਤੁਹਾਡਾ ਮੈਥ ਟਫ ਆ ਗਿਆ, ਫਿਰ ਬਹੁਤ ਕੰਮ ਖਰਾਬ ਹੋ ਜਾਂਦਾ। CDP ਦਾ ਇੱਕ ਸਟੈਂਡਰਡ ਹੈ, ਉਹ ਬਹੁਤ ਜ਼ਿਆਦਾ ਟਫ ਉਹ ਬਣਾ ਹੀ ਨਹੀਂ ਸਕਦੇ, ਕਿਉਂਕਿ ਉੱਥੇ ਉਹਨਾਂ ਨੂੰ ਕੁਐਸਚਨ ਫਰੇਮ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਕਿ ਜੋ ਆਨਸਰ ਹੈ ਉਹ ਵੈਲਿਡ ਹੋਵੇ, ਸਹੀ ਹੋਵੇ। ਤਾਂ CDP ਜ਼ਰੂਰ ਖਿੱਚ ਕੇ ਜਾਓ ਜੀ। ਮੈਂ ਤਾਂ ਕਹਿੰਦਾ CDP ਜਿਵੇਂ ਮੈਂ 38 ਵੀਡੀਓ ਦੇ ਵਿੱਚ ਕਰਵਾਇਆ, ਜਾਂ MCQ ਆਪਾਂ ਲਗਾ ਰਹੇ ਹਾਂ,
ਉਹਨੂੰ ਇੰਨਾ ਖਿੱਚੋ ਨਾ ਕਿ ਸਭ ਤੋਂ ਪਹਿਲਾਂ ਤੁਸੀਂ ਪੇਪਰ ਜਾ ਕੇ ਸੀਡੀਪੀ ਕਰੋ ਤੇ ਉਹਦੇ ਵਿੱਚੋਂ 30 ਚੋਂ 25 ਜਾਂ 25 ਪਲੱਸ ਸਕੋਰ ਕਰੋ, ਤਾਂ ਕਿ ਪੰਜਾਬੀ ਚੋਂ ਨੰਬਰ ਆ ਜਾਂਦੇ ਨੇ, ਥੋੜੇ ਇੰਗਲਿਸ਼ ਚੋਂ ਵੀ ਆ ਜਾਣਗੇ, ਇੰਗਲਿਸ਼ ਪੈਡਾਗੋਜੀ ਵੀ ਆਪਣੀ ਕੰਟੀਨਿਊ ਹੈ। ਸੋ ਇਸ ਤਰ੍ਹਾਂ ਦੇ ਪੇਪਰ ਪਾਉਣ ਦਾ ਮੇਰੇ ਅਕੋਰਡਿੰਗ ਦਾ ਮਤਲਬ ਇਹ ਹੈ ਕਿ ਰਿਜ਼ਲਟ ਘੱਟ ਤੋਂ ਘੱਟ ਆਵੇ, ਤਾਂ ਹੀ ਇਸ ਤਰ੍ਹਾਂ ਦੇ ਪੇਪਰ ਪਾਏ ਜਾਂਦੇ ਨੇ ਕਿ ਜ਼ਿਆਦਾ ਬੱਚੇ ਨਾ ਕਲੀਅਰ ਕਰਨ, ਠੀਕ ਹੈ ਜੀ, ਕਿਉਂਕਿ ਉਸ ਤੋਂ ਬਾਅਦ ਫਿਰ ਪੋਸਟਾਂ ਦੀ ਡਿਮਾਂਡ ਹੋ ਸਕਦੀ ਹੈ, ਕਈ ਤਰ੍ਹਾਂ ਦੀਆਂ ਲੌਜੀਕਲ ਗੱਲਾਂ ਇੱਥੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਸੋ ਪਰ ਮੈਨੂੰ ਇਹ ਲੱਗ ਰਿਹਾ ਹੈਗਾ, ਕਿਉਂਕਿ ਜਿਸ ਹਿਸਾਬ ਦਾ ਪਿਛਲਾ ਪੇਪਰ ਸੀਗਾ, ਅਗਰ ਆਪਾਂ ਉਹਨੂੰ ਦੇਖੀਏ ਤਾਂ ਪੇਪਰ ਇਸ ਵਾਰ ਵੀ ਟਫ ਆਉਣ ਵਾਲਾ ਹੈ, ਬਹੁਤ ਘੱਟ ਕੈਂਡੀਡੇਟ ਦਾ ਪਹਿਲਾਂ ਕਲੀਅਰ ਹੋਇਆ ਸੀ। ਇਹ ਕੁਐਸਚਨ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿਸ ਲੈਵਲ ਦੇ ਕੁਐਸਚਨ ਨੇ। ਸੋ ਅਗਰ ਤੁਸੀਂ ਬਹੁਤ ਜ਼ਿਆਦਾ ਦੇਖੋ, ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਇਦਾਂ ਦੇ ਕੁਐਸਚਨ ਅਗਰ ਤੁਸੀਂ ਕਰ ਲਏ ਨਾ, ਤਾਂ ਜਿਹੜੇ ਸਿੰਪਲ ਕੁਐਸਚਨ ਜੇ ਪੇਪਰ 'ਚ ਆ ਗਿਆ ਨਾ, ਤਾਂ ਉਹ ਤਾਂ ਆਰਾਮ ਨਾਲ ਹੀ ਕਰ ਦੋਗੇ ਤੁਸੀਂ, ਉਹ ਬਹੁਤ ਔਖਾ ਲੰਬਾ ਚੌੜਾ ਕੰਮ ਨਹੀਂ ਹੈਗਾ, ਉਹ ਆਰਾਮ ਨਾਲ ਹੋ ਜਾਊਗਾ। ਐਂਡ ਲਾਸਟ ਤੇ ਮੈਂ ਤੁਹਾਨੂੰ ਦੱਸ ਵੀ ਦੇਵਾਂਗਾ ਕਿ ਹਰ ਇੱਕ ਟੌਪਿਕ ਦੇ ਵਿੱਚੋਂ, ਜਿਵੇਂ ਅੱਜ ਵਾਲਾ ਆਪਣਾ ਇਹ ਟੌਪਿਕ ਹੈ ਕਿ ਐਕਸਪੈਕਟਡ ਕੁਐਸਚਨ ਕਿਹੜੇ ਹੋ ਸਕਦੇ ਨੇ ਪੇਪਰ ਦੇ, ਪਰ ਪੇਪਰ ਨੂੰ ਪ੍ਰੈਡਿਕਟ ਕਰਨਾ ਕਾਫੀ ਮੁਸ਼ਕਲ ਰਹਿੰਦਾ, ਕਿਉਂਕਿ ਇੱਕ ਵਾਰ ਤਾਂ ਪੇਪਰ ਜਮੀ ਸੌਖਾ ਆ ਜਾਂਦਾ ਹੈ ਅਤੇ ਇੱਕ ਵਾਰ ਉਹਦਾ ਲੈਵਲ ਕਾਫੀ ਹਾਈ ਹੋ ਜਾਂਦਾ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਪੇਪਰ ਦਾ ਜੋ ਲੈਵਲ ਹੈ ਜੀ, ਉਹ ਹਾਈ ਹੀ ਰਹਿਣ ਵਾਲਾ ਗਾ। ਹਾਂ, ਪੇਪਰ ਕੌਣ ਪਾ ਰਿਹਾ, ਉਹ ਕੋਈ ਯੂਨੀਵਰਸਿਟੀ ਪਾ ਰਹੀ ਹੈ, ਕੋਈ ਪੀਐਸਬੀ ਬੋਰਡ ਪਾ ਰਿਹਾ, ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈਗਾ। ਸੋ ਕਾਫੀ ਚੀਜ਼ਾਂ ਅੱਗੇ ਹੈਗੀਆਂ ਨੇ। ਸੋ ਇਹਨਾਂ ਵੀਡੀਓਜ਼ ਨੂੰ ਬਹੁਤ ਧਿਆਨਪੂਰਵਕ, ਹਨਾ, ਕਿਉਂਕਿ ਇਸ ਵੀਡੀਓ ਦੇ ਵਿੱਚ ਦੇਖੋ, ਮੈਂ ਤੁਹਾਨੂੰ ਸੌਖਾ ਸਵਾਲ ਵੀ ਕਰਵਾਤਾ, ਔਖੇ ਵੀ ਕਰਵਾਤੇ। ਹੁਣ ਇਸ ਤੋਂ ਬਾਹਰ ਤਾਂ ਪੇਪਰ ਆਉਣਾ ਨਹੀਂ, ਜਾਂ ਸੌਖਾ ਹੋਊ ਜਾਂ ਔਖਾ ਹੋਊ, ਠੀਕ ਹੈ, ਦੋਨੇ ਤਰੀਕੇ ਨਾਲ ਤੁਹਾਡੀ ਤਿਆਰੀ ਕਰਵਾਤੀ। ਮੈਥ ਥੋੜਾ ਟਾਈਮ ਮੰਗਦਾ ਜੀ, ਈਵੀਐਸ ਜਲਦੀ ਹੋ ਜਾਂਦੀ ਹੈ, ਸਮਝਣ ਵਾਲੀ ਗੱਲ ਹੈ, ਥੋੜਾ ਟਾਈਮ ਮੰਗਦਾ। ਨਾਲ ਦੀ ਨਾਲ ਜਿਵੇਂ ਮੈਂ ਸਕਰੀਨ ਤੇ ਕੱਢੇ ਨੇ, ਸਾਰੇ ਸਵਾਲ ਖੁਦ ਕੱਢ ਕੇ ਦੇਖਣ ਦੀ ਕੋਸ਼ਿਸ਼ ਕਰੋ, ਠੀਕ ਹੈ। ਇਹ ਸਵਾਲ ਤਾਂ ਪਾਰਟਿਕੂਲਰ ਮੈਂ ਕਹਿਣਾ ਚਾਹਣਾ, ਇੰਨੀ ਜ਼ਿਆਦਾ ਕੈਲਕੂਲੇਸ਼ਨ, ਇਹ ਮੰਨੋ ਕਿ ਫਿਰ ਤਾਂ ਇੱਕ ਸਟੂਡੈਂਟ ਦਾ ਮੰਨ ਕੇ ਚਲੋ ਕਿ ਅੱਧਾ ਘੰਟਾ ਹੀ ਇਹ ਸਵਾਲ ਤੇ ਨਿਕਲ ਜੂ, ਭਾਵੇਂ ਉਹਨੇ ਕਰ ਵੀ ਲਿਆ ਫਿਰ ਵੀ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਸੋ ਮੇਰੇ ਅਕੋਰਡਿੰਗ ਥੋੜਾ ਜਿਹਾ ਦੇਖ ਕੇ ਪੇਪਰ ਸੈੱਟ ਕਰਨਾ ਚਾਹੀਦਾ ਹੈਗਾ। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ, ਪਰ ਤੁਸੀਂ ਆਪਣਾ ਕੰਮ ਖਿੱਚ ਕੇ ਰੱਖਣਾ, ਤੁਸੀਂ ਇਹ ਸੋਚ ਕੇ ਜਾਣਾ ਕਿ ਪੇਪਰ ਇੰਨਾ ਸੌਖਾ ਨਹੀਂ ਆਉਣ ਵਾਲਾ, ਪੇਪਰ ਦਾ ਲੈਵਲ ਇਸੇ ਤਰੀਕੇ ਦਾ ਆਊਗਾ ਜਿਸ ਤਰੀਕੇ ਦਾ 2023 ਚ ਆਇਆ ਸੀ। ਸੋ ਦੈਟਸ ਆਲ ਫॉर ਟੁਡੇ। ਵੀਡੀਓ ਵੀ ਬਹੁਤ ਲੰਬੀ ਹੋ ਗਈ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾचिंग।